ਵੇਖੋ ਜਗ ਦੇ ਰੌਣਕ ਮੇਲੇ, ਵੇਖੋ ਜਗ ਦੇ ਰੌਣਕ ਮੇਲੇ। ਕੁਝ ਖੇਡਣ ਆਂਦੇ, ਕੁਝ ਖੇਡ ਕੇ ਜਾਂਦੇ, ਭੰਗੜੇ ਖੁਸ਼ੀਆਂ ਦੇ ਉਹ ਪਾਉਂਦੇ, ਭੰਗੜੇ ਖੁਸ਼ੀਆਂ ਦੇ ਉਹ ਪਾਉਂਦੇ, ਜੋ ਮੌਜਾਂ ਵਿੱਚ ਝੂਮ ਕੇ ਗਾਉਂਦੇ। ਖੁਸ਼ੀਆਂ ਖੇੜੇ ਸਾਡੇ ਵੇੜੇ, ਸਤਿ ਸ਼੍ਰੀ ਅਕਾਲ, ਓਮ ਸ਼ਾਂਤੀ। ਇੱਕ ਵਾਰ ਫਿਰ ਸਵਾਗਤ ਹੈ ਸਾਡੇ ਪ੍ਰੋਗਰਾਮ ਖੁਸ਼ੀਆਂ ਖੇੜੇ ਸਾਡੇ ਵੇੜੇ। ਦੋਸਤੋ, ਪਿਛਲੀ ਕੜੀ 'ਚ ਅਸੀਂ ਗੱਲਬਾਤ ਕੀਤੀ ਸੀ ਯੋਗ ਬਾਰੇ, ਤੇ ਭਰਾਤਾ ਜੀ ਨੇ ਸਾਨੂੰ ਦੱਸਿਆ ਸੀ ਕਿ ਕਿੱਦਾਂ ਯੋਗ ਦੇ ਬੈਨੀਫਿਟਸ ਸਾਡੀ ਜ਼ਿੰਦਗੀ 'ਚ ਹੋਣ ਕਰਕੇ ਅਸੀਂ ਆਪਣੇ ਆਪ ਨੂੰ ਆਤਮਿਕ ਸਥਿਤੀ 'ਚ ਲੈ ਕੇ ਆ ਸਕਦੇ ਹਾਂ ਔਰ ਆਪਣੇ ਆਪ ਨੂੰ ਪਰਮਾਤਮਾ ਨਾਲ ਵੀ ਜੋੜ ਸਕਦੇ ਹਾਂ। ਇਸੇ ਚਰਚਾ ਨੂੰ ਅੱਗੇ ਅਸੀਂ ਵਧਾਉਂਦੇ ਹਾਂ ਔਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਪ੍ਰੈਕਟੀਕਲ ਤਰੀਕੇ ਨਾਲ, ਜੇ ਅਸੀਂ ਆਪਣੇ ਆਪ ਨੂੰ ਹਮੇਸ਼ਾ ਆਤਮਿਕ ਸਥਿਤੀ 'ਚ ਰੱਖਣਾ ਚਾਹੁੰਦੇ ਹਾਂ ਤੇ ਕਿੱਦਾਂ ਰੱਖ ਸਕਦੇ ਹਾਂ। ਇੱਕ ਵਾਰ ਫਿਰ ਸਵਾਗਤ ਹੈ ਅਗਨੀਹੋਤਰੀ ਭਾਈ ਸਾਹਿਬ, ਤੁਹਾਡਾ ਬਹੁਤ ਬਹੁਤ। ਓਮ ਸ਼ਾਂਤੀ। ਓਮ ਸ਼ਾਂਤੀ। ਜਿੱਦਾਂ ਆਪਾਂ ਗੱਲ ਕੀਤੀ ਹੈ ਆਤਮਿਕ ਸਰੂਪ ਦੀ, ਅਸੀਂ ਜੇ ਇਹਨੂੰ ਪ੍ਰੈਕਟੀਕਲ ਰੂਪ 'ਚ ਸਮਝਣ ਦੀ ਕੋਸ਼ਿਸ਼ ਕਰੀਏ, ਔਰ ਜੇ ਮੈਂ ਆਪਣੇ ਕਰਮ ਯੋਗ 'ਚ ਆਉਂਦੀ ਹਾਂ ਔਰ ਦਫ਼ਤਰ ਜਾਂਦੀ ਹਾਂ, ਜਾਂ ਮੈਂ ਕੋਈ ਵੀ ਇਹੋ ਜਿਹਾ ਮਦਰ ਦਾ ਰੋਲ ਪਲੇ ਕਰ ਰਹੀ ਹਾਂ, ਤੇ ਆਪਣੇ ਆਪ ਨੂੰ ਮੈਂ ਆਤਮਾ ਕਿੱਦਾਂ ਸਮਝ ਸਕਦੀ ਹਾਂ? ਬਿਕੋਜ਼ ਜਦੋਂ ਪ੍ਰੈਕਟੀਕਲ 'ਚ ਸਾਰਿਆਂ ਨੂੰ ਗਿਆਨ ਤਾਂ ਹੈ ਕਿ ਮੈਂ ਆਤਮਾ ਹਾਂ, ਲੇਕਿਨ ਜਦੋਂ ਅਸੀਂ ਕਰਮ ਕਰਨ 'ਚ ਆਉਂਦੇ ਹਾਂ ਉਹ ਚੀਜ਼ ਅਸੀਂ ਭੁੱਲ ਜਾਂਦੇ ਹਾਂ। ਇਹ ਪ੍ਰੈਕਟਿਸ ਕਰਨ ਦੇ ਨਾਲ ਜਦੋਂ ਸਾਨੂੰ ਇੱਕ ਫੀਲਿੰਗ ਪਤਾ ਲੱਗ ਗਿਆ ਕਿ ਮੈਂ ਇੱਕ ਆਤਮਾ ਇਸ ਸਰੀਰ ਦੁਆਰਾ, ਇਸ ਸਰੀਰ ਦੇ ਨਾਲ ਮੈਂ ਪਾਰਟ ਵਜਾ ਰਹੀ ਹਾਂ। ਇੱਕ ਗੱਡੀ ਮੈਨੂੰ ਮਿਲੀ ਹੈ, ਜਿਹੜੀ ਇੱਕ ਵਾਹਨ ਹੈ, ਇੱਕ ਗੱਡੀ ਹੈ ਜਿਹਦੇ ਥਰੂ ਮੈਂ ਪਾਰਟ ਵਜਾਉਣ ਲਈ ਇਸ ਧਰਤੀ ਤੇ ਆਈ ਹਾਂ। ਹਾਂਜੀ। ਤੇ ਹੁਣ ਉਸ ਵੇਲੇ ਇਹ ਸਮ੍ਰਿਤੀ ਤਾਂ ਹਰ ਵੇਲੇ ਰਹਿ ਸਕਦੀ ਹੈ, ਇਹ ਯਾਦ ਹਰ ਵੇਲੇ ਸਾਨੂੰ ਰਹਿ ਸਕਦੀ ਹੈ ਅਗਰ ਅਸੀਂ ਥੋੜੀ ਜਿਹੀ ਪ੍ਰੈਕਟਿਸ ਕਰਾਂਗੇ। ਹੁਣ ਤੁਸੀਂ ਜਦੋਂ ਇਸ ਸਥਿਤੀ ਵਿੱਚ ਰਹਿੰਦੇ ਹੋ, ਤੁਹਾਨੂੰ ਬੈਨੀਫਿਟ ਜਦੋਂ ਬਹੁਤ ਹੋਣੇ ਸ਼ੁਰੂ ਹੋ ਜਾਂਦੇ ਆ, ਤੁਸੀਂ ਫੀਲ ਕਰਦੇ ਹੋ ਕਿ ਜਦੋਂ ਵੀ ਮੈਂ ਸੋਲ ਕੌਨਸ਼ੀਅਸ ਆਤਮ ਸਟੇਜ ਦੇ ਵਿੱਚ ਆਉਂਦੀ ਆ ਤੇ ਮੈਨੂੰ ਬਹੁਤ ਮਜ਼ਾ ਆਉਂਦਾ ਤੇ ਮੈਂ ਬਹੁਤ ਲਾਈਟ ਫੀਲ ਕਰਦੇ, એનર્ਜੀ ਜੋ ਮਿਲਦੀ ਹੈ ਉਹ ਅਲੱਗ। ਤੇ ਜਦੋਂ ਮੈਂ ਬੋਡੀ ਕੌਨਸ਼ੀਅਸਨੈਸ ਦੇ ਵਿੱਚ ਆਉਂਦੀ ਆ ਤੇ ਮੇਰੇ ਚ ਮੇਰਾਪਨ ਤੇ ਉਹਦੇ ਨਾਲ ਕੀ ਹੁੰਦਾ, ਅਹੰਕਾਰ ਪੈਦਾ ਹੁੰਦਾ, ਈਗੋ ਵੀ ਆ ਜਾਂਦੀ ਹੈ। ਹਾਂਜੀ। ਸੋਲ ਕੌਨਸ਼ੀਅਸ ਦੇ ਵਿੱਚ ਕਦੇ ਈਗੋ ਨਹੀਂ ਆਏਗੀ, ਅਹੰਕਾਰ ਨਹੀਂ ਆਏਗਾ। ਤੇ ਉਹ ਸਥਿਤੀ ਤੁਸੀਂ ਦੇਖੋ, ਜੇ ਮੈਂ ਸੋਲ ਕੌਨਸ਼ੀਅਸ ਇਜ਼ ਲਾਈਕ ਯੂ ਆਰ ਔਨ ਦਾ ਹਿਲ ਸਟੇਸ਼ਨ, ਠੰਡੀ ਜਗ੍ਹਾ ਦੇ ਉੱਤੇ, ਹਿਲ ਸਟੇਸ਼ਨ ਦੇ ਉੱਤੇ ਤੁਸੀਂ ਮਾਊਂਟ ਤੇ ਬੈਠੇ ਹੋ, ਤੁਹਾਨੂੰ ਬੜੀ ਠੰਡੀ ਕੂਲ ਬਰੀਜ਼ ਆ ਰਹੀ ਹੈ, ਠੰਡਾ ਮਸਤ ਮਹਿਸੂਸ ਕਰ ਰਹੇ ਹੋ, ਤੁਹਾਡਾ ਦਿਲ ਕਰਦਾ ਕਿ ਮੈਂ ਹੁਣ ਰੇਗਿਸਤਾਨ 'ਚ ਜਿੱਥੇ ਬਹੁਤ ਗਰਮੀ ਉੱਥੇ ਨਾ ਜਾਵਾਂ, ਮੈਂ ਇੱਥੇ ਹੀ ਠੀਕ ਆ। ਉਹ ਰੇਗਿਸਤਾਨ 'ਚ ਆ ਤੁਹਾਡੀ ਬੋਡੀ ਕੌਨਸ਼ੀਅਸਨੈਸ, ਜਿੱਥੇ ਤੁਹਾਨੂੰ ਜਿਹੜਾ ਇਨਸਾਨ ਸੋਲ ਕੌਨਸ਼ੀਅਸ ਹੈ, ਅਗਰ ਉਹ ਰੇਗਿਸਤਾਨ 'ਚ ਵੀ ਹੋਏਗਾ ਉੱਥੇ ਵੀ ਠੰਡਕ ਫੀਲ ਕਰੇਗਾ, ਉਹਨੂੰ ਉਸ ਗਰਮੀ ਦੀ ਮਹਿਸੂਸਤਾ ਨਹੀਂ ਹੋਏਗੀ। ਤੇ ਜਦੋਂ ਬੋਡੀ ਕੌਨਸ਼ੀਅਸ ਆਏਗਾ, ਕਿਉਂਕਿ ਗਰਮੀ ਕਿਸ ਨੂੰ ਲੱਗਦੀ ਹੈ, ਆਤਮਾ ਨੂੰ ਤਾਂ ਗਰਮੀ ਸਰਦੀ ਤੋਂ ਬਹੁਤ ਦੂਰ ਹੈ। ਨਾ ਸੁੱਖ ਨਾ ਦੁੱਖ, ਨਾ ਭੁੱਖ ਨਾ ਪਿਆਸ, ਨਾ ਗਰਮੀ ਨਾ ਸਰਦੀ, ਨਾ ਸਵਾਦ। ਇਹ ਆਤਮਾ ਨੂੰ ਇਹਨਾਂ ਚੀਜ਼ਾਂ ਦੇ ਨਾਲ ਕੋਈ ਮਤਲਬ ਨਹੀਂ। ਇਹ ਸਾਰੀਆਂ ਚੀਜ਼ਾਂ ਕਿਸ ਦੀਆਂ ਨੇ? ਇਹ ਬੋਡੀ ਦੀਆਂ ਨੇ, ਸਰੀਰ ਦੀਆਂ ਨੇ। ਸੁੱਖ ਦੁੱਖ, ਮਾਨ ਅਪਮਾਨ, ਇਹ ਸਾਰਾ ਕੁਛ, ਇਹ ਸਭ ਟ੍ਰੇਟਸ ਨੇ ਇਸ ਬੋਡੀ ਦੇ। ਤੇ ਜਦੋਂ ਅਸੀਂ ਇਹਨਾਂ ਚੀਜ਼ਾਂ ਤੋਂ ਦੂਰ ਹੋਣਾ ਸ਼ੁਰੂ ਕਰ ਦਿਆਂਗੇ, ਸੋਲ ਕੌਨਸ਼ੀਅਸ ਰਹਿਣਾ ਸ਼ੁਰੂ ਕਰ ਦਿਆਂਗੇ, ਸਾਡੇ ਜੀਵਨ 'ਚ ਹਲਕਾਪਣ ਆਉਣਾ ਸ਼ੁਰੂ ਹੋ ਜਾਏਗਾ, ਜੀਵਨ 'ਚ ਆਨੰਦ ਹੀ ਆਨੰਦ ਆਉਣਾ ਸ਼ੁਰੂ ਹੋ ਜਾਏਗਾ। ਤੇ ਤੁਹਾਨੂੰ ਲੱਗੇਗਾ ਕਿ ਮੈਨੂੰ ਤਾਂ ਰਹਿਣਾ ਹੀ ਹਮੇਸ਼ਾ ਸੋਲ ਕੌਨਸ਼ੀਅਸ ਚਾਹੀਦਾ, ਕਿਉਂਕਿ ਮੈਂ ਹੈ ਹੀ ਆਤਮਾ। ਜਦੋਂ ਮੈਂ ਹੈ ਆਤਮਾ, ਮੈਂ ਕੰਮ ਕਰਦੇ ਹੋਏ, ਸਪੋਜ਼ ਮੈਂ ਕਿਚਨ ਦੇ ਵਿੱਚ ਕੰਮ ਕਰ ਰਿਹਾ, ਮੈਂ ਖਾਣਾ ਬਣਾ ਰਿਹਾ, ਤੇ ਜੇ ਮੈਂ ਇਸ ਯਾਦ 'ਚ ਬਣਾਵਾਂ ਕਿ ਮੈਂ ਆਤਮਾ ਇਸ ਸਰੀਰ ਵਾਸਤੇ ਭੋਗ ਤਿਆਰ ਕਰ ਰਹੀ ਹਾਂ, ਮੈਂ ਪਹਿਲਾਂ ਤੇ ਇਹ ਜਿਹੜਾ ਖਾਣਾ ਬਣਾ ਰਹੀ ਹਾਂ, ਇਹ ਮੈਂ ਪਰਮਾਤਮਾ ਵਾਸਤੇ ਬਣਾ ਰਹੀ ਹਾਂ। ਤੇ ਉਹ ਪਰਮਾਤਮਾ ਖਾਂਦਾ ਤੇ ਨਹੀਂ, ਉਹ ਤਾਂ ਨਿਰਾਕਾਰ ਹੈ, ਲੇਕਿਨ ਉਹ ਉਪਾਸਨਾ ਜ਼ਰੂਰ ਲੈ ਕੇ ਉਹਦੇ 'ਚ ਸ਼ਕਤੀ ਭਰ ਦਿੰਦਾ। ਉਹਨੂੰ ਕਰਮ ਯੋਗ ਵੀ ਅਸੀਂ ਕਹਿੰਦੇ ਹਾਂ। ਨਾਲ ਅਸੀਂ ਕੰਮ ਕਰ ਰਹੇ ਹਾਂ, ਮੈਂ ਆਤਮਾ ਇਹਨਾਂ ਸਰੀਰਾਂ, ਇਸ ਸਰੀਰ ਦੁਆਰਾ ਇਹਨਾਂ ਹੱਥਾਂ ਨਾਲ ਰੋਟੀ ਵੇਲ ਰਹੀ ਹਾਂ ਜਾਂ ਸਬਜ਼ੀ ਬਣਾ ਰਹੀ ਹਾਂ, ਥੋਟ ਹੀ ਲੈਣਾ ਇੱਕ,
ਭਾਵਨਾ ਜੋ ਹੈ ਉਹ ਬਜਾਏ ਇਸ ਦੇ ਫੀਲਿੰਗਸ ਕਿ ਉਹਦੇ ਅੰਦਰ। ਤੁਸੀਂ ਗਲਤ ਪਾਸੇ ਨੂੰ ਤੁਹਾਡਾ ਮਨ ਚੱਲੇ, ਅੱਜ ਮੈਂ ਉਹਨੂੰ ਲੈਸਨ ਦੇਣਾ, ਅੱਜ ਮੈਂ ਉਹਨੂੰ ਛੱਡਣਾ ਨਹੀਂ, ਅੱਜ ਮੈਂ ਉਹਦੇ ਨਾਲ ਇਹ ਕਰਨਾ, ਮੈਂ ਉਹਨੂੰ ਇਹ ਕਰਨਾ, ਮੈਂ ਉਹਨੂੰ ਉੱਥੇ ਇਹ ਕਹਿਣਾ, ਬਜਾਏ ਇਸ ਦੇ ਸੋਚਣ ਦੇ ਤੁਸੀਂ ਉਸ ਵੇਲੇ ਤੁਸੀਂ ਦੇਖੋ, ਅਗਰ ਤੁਹਾਡੇ ਅੰਦਰ ਉਸ ਵੇਲੇ ਨੈਗੇਟਿਵ ਥਾਟਸ ਚੱਲ ਰਹੇ ਆ, ਖਾਣਾ ਬਣਾਉਣ ਵੇਲੇ ਵੀ ਗੁੱਸੇ ਦੇ ਥਾਟ ਚੱਲ ਰਹੇ ਆ, ਉਹ ਖਾਣਾ ਨਹੀਂ ਬਣ ਰਿਹਾ, ਉਹਦੇ ਵਿੱਚ ਉਹ ਨੈਗੇਟਿਵ ਵਾਈਬ੍ਰੇਸ਼ਨਸ ਤੁਹਾਡੇ ਜਿਹੜੇ ਮਨ 'ਚ ਚੱਲ ਰਹੀਆਂ ਉਹ ਉਹਦੇ ਵਿੱਚ ਜਾਣਗੀਆਂ। ਜੇ ਤੁਹਾਡੇ ਥਾਟਸ ਪੋਜ਼ਿਟਿਵ ਹੈ, ਅੱਛੇ ਥਾਟਸ ਨਾਲ ਬਣਾ ਰਹੇ ਹੋ, ਇਸ ਥਾਟ ਨਾਲ ਬਣਾ ਰਹੇ ਹੋ ਕਰਮ ਯੋਗ ਕਰਦੇ ਹੋਏ ਕਿ ਮੈਂ ਇਹ ਭੋਗ ਪਰਮਾਤਮਾ ਲਈ ਤਿਆਰ ਕਰ ਰਹੀ ਹਾਂ, ਤੇ ਮੈਂ ਆਤਮਾ ਇਸ ਸਰੀਰ ਨੂੰ ਤਾਕਤਵਰ ਬਣਾਉਣ ਵਾਸਤੇ, ਇਸ ਸਰੀਰ ਨੂੰ ਨਿਰੋਗੀ ਬਣਾਉਣ ਵਾਸਤੇ ਬਣਾ ਰਹੀ ਹਾਂ, ਤੇ ਤੁਹਾਡੇ ਅੰਦਰ ਕਿੰਨੀ ਸ਼ਕਤੀ, ਉਸ ਖਾਣੇ ਦੇ ਅੰਦਰ ਵੀ ਸ਼ਕਤੀ ਭਰੇਗੀ। ਤਾਦੀ ਤੇ ਕਹਿੰਦੇ ਨੇ ਜੈਸਾ ਅੰਨ ਵੈਸਾ ਮਨ, ਵੈਸਾ ਮਨ। ਤੋ ਜੈਸਾ ਤੁਸੀਂ ਅੰਨ ਖਾਓਗੇ ਉਹਦਾ ਤੁਹਾਡੇ ਮਨ ਤੇ ਪ੍ਰਭਾਵ ਹੋਏਗਾ, ਤੇ ਫਿਰ ਜੈਸਾ ਮਨ ਵੈਸਾ ਅੰਨ। ਤੁਹਾਡੇ ਮਨ 'ਚ ਜੋ ਥਾਟ ਚੱਲ ਰਹੇ ਨੇ ਉਹ ਥਾਟ ਅੰਨ ਦੇ ਵਿੱਚ ਵੀ ਜਾ ਰਹੇ ਨੇ, ਇਹ ਵਾਈਸ ਵਰਸਾ। ਕਿ ਜੋ ਥਾਟ ਤੁਹਾਡੇ ਕਹਿੰਦੇ ਨੇ, ਜਿਵੇਂ ਕਈ ਐਗਜ਼ਾਮਪਲ ਦਿੰਦੇ ਨੇ ਕਿ ਤੁਸੀਂ ਜੋ ਖਾਣਾ ਖਵਾਉਣ ਵੇਲੇ, ਬਣਾਉਣ ਵੇਲੇ ਸੋਚ ਰਹੇ ਹੋ, ਉਹ ਖਾਣੇ ਦੇ ਵਿੱਚ ਚਲਾ ਜਾਂਦਾ ਜੀ। ਈਵਨ ਵੈਸੇ ਵੀ ਆਪਾਂ ਸੋਚੀਏ, ਜਿਸ ਕਈ ਵਾਰ ਜਿਵੇਂ ਇੱਕ ਸੇਠ ਸੀ ਬਹੁਤ ਵੱਡਾ, ਬਹੁਤ ਵੱਡੀ ਹਵੇਲੀ 'ਚ ਰਹਿੰਦਾ ਸੀ, ਔਰ ਉਹ ਬੜੇ ਅੱਛੇ ਧਰਮ ਕਰਮ ਵੀ ਕਰਦਾ ਸੀ, ਬੜਾ ਬੈਨੀਵਲੈਂਟ ਸੀ, ਦਾਨੀ ਮਹਾਦਾਨੀ ਪੁਰਸ਼ ਸੀ, ਗਰੀਬਾਂ ਦਾ ਦੁੱਖ ਦੇਖਿਆ ਨਹੀਂ ਜਾਂਦਾ ਸੀ ਉਹਦੇ ਕੋਲ ਜੀ। ਉਹਨੂੰ ਸੁਪਨੇ ਆਣੇ ਬਹੁਤ ਭੈੜੇ ਭੈੜੇ ਸੁਪਨੇ ਸ਼ੁਰੂ ਹੋ ਗਏ ਕਿ ਉਹ ਬੜੀ ਭੀੜੀ ਗਲੀਆਂ ਦੇ ਵਿੱਚ ਮਾਰਾ ਫਿਰ ਰਿਹਾ, ਕੋਈ ਮਕਾਨ ਲੱਭ ਰਿਹਾ, ਕੋਈ ਕਿਰਾਏ ਤੇ ਕੋਈ ਦੇ ਨਹੀਂ ਰਿਹਾ ਉਹਨੂੰ। ਇੱਕ ਦਿਨ, 2 ਦਿਨ, 4 ਦਿਨ ਡੇਲੀ ਸੁਪਨੇ ਉਹਨੂੰ ਆਇਆ ਕਰ ਜੀ। ਉਹ ਵਿਚਾਰਾ ਪਰੇਸ਼ਾਨ ਹੋ ਗਿਆ ਕਿ ਮੈਂ ਇਹ ਕੀ ਗੱਲ ਹੈ। ਉਹ ਪੰਡਤ ਕੋਲ ਵੀ ਗਿਆ ਪੁੱਛਣ ਵਾਸਤੇ, ਮੈਨੂੰ ਆ ਭੈੜੇ ਸੁਪਨੇ ਆ ਰਹੇ, ਕਿਉਂ ਆ ਰਹੇ ਆ? ਉਹਨੇ ਕੀ ਆਨਸਰ ਸੀ? ਉਹ ਕਹਿੰਦੇ ਪ੍ਰਭੂ ਦਾ ਨਾਮ ਲੈ ਕੇ ਸੋਇਆ ਕਰ। ਉਹ ਪ੍ਰਭੂ ਦਾ ਨਾਮ ਲੈ ਕੇ ਵੀ ਸੁੱਤਾ, ਲੇਕਿਨ ਫਿਰ ਉਹ ਸੁਪਨੇ ਭੈੜੇ ਉਹੀ ਸੇਮ ਆ ਰਹੇ। ਉਹ ਰੋਜ਼ ਤੰਗ ਗਲੀਆਂ ਦੇ ਵਿੱਚ ਧੱਕੇ ਖਾਂਦਾ ਫਿਰ ਰਿਹਾ, ਉਹਨੂੰ ਮਕਾਨ ਨਹੀਂ ਕੋ ਦੇ ਰਿਹਾ। ਉਹ ਬੜਾ ਪਰੇਸ਼ਾਨ, ਇਸ ਗੱਲੋਂ ਬੜਾ ਪਰੇਸ਼ਾਨ। 1 ਮਹੀਨਾ ਇਸ ਤਰ੍ਹਾਂ ਹੀ ਚਲਾ ਗਿਆ, ਬਹੁਤ ਪਰੇਸ਼ਾਨ ਹੋ ਗਿਆ ਜੀ। ਤੇ ਇੱਕ ਦਿਨ ਉਹਦੀ ਜਿਹੜੀ ਘਰ ਦੇ ਵਿੱਚ ਸਰਵੈਂਟ ਸੀ ਉਹ ਆਈ, ਕਹਿੰਦੀ ਸਰ ਮੇਰੇ ਕੋ 25,000 ਰੁਪਏ ਚਾਹੀਏ। ਉਹਨੇ ਬਿਨਾਂ ਪੁੱਛਿਆ ਉਹਨੂੰ 25,000 ਰੁਪਏ ਦੇ ਦਿੱਤਾ, ਔਰ ਉਹ ਲੈ ਕੇ ਚਲੀ ਗਈ। ਦੂਸਰੇ ਦਿਨ ਉਹਨੂੰ ਕੋਈ ਸੁਪਨਾ ਨਹੀਂ ਆਇਆ। ਅੱਛਾ। ਤੇ ਉਹਨੇ ਫਿਰ ਉਹਨੂੰ ਦੂਸਰੇ ਸੁਪਨਾ ਨਹੀਂ ਆਇਆ, ਤੇ ਉਹਨੂੰ ਪੁੱਛਿਆ ਕਿ ਤੂੰ 25,000 ਰੁਪਏ ਕਾਹਦੇ ਲਈ ਲਿਆ? ਮੈਨੂੰ ਚਾਹੀਦਾ ਨਹੀਂ ਵਾਪਸ, ਮੈਂ ਤੈਨੂੰ ਦੇ ਦਿੱਤਾ ਦਾਨ, ਲੇਕਿਨ ਤੂੰ ਲਿਆ ਕਾਹਦੇ ਲਈ? ਕਹਿੰਦੀ ਜੀ ਮੈਨੂੰ 1 ਮਹੀਨੇ ਤੋਂ ਨੋਟਿਸ ਦਿੱਤਾ ਹੋਇਆ ਸੀ ਮੇਰੇ ਮਾਲਕ ਨੇ, ਇਹ ਮਕਾਨ ਖਾਲੀ ਕਰ ਦੇ, ਤੇ ਨਹੀਂ ਤੇ, ਔਰ ਮੈਂ 1 ਮਹੀਨੇ ਤੋਂ ਬੜੀ ਪਰੇਸ਼ਾਨ ਸੀ, ਮੈਂ ਗਲੀ ਧੱਕੇ ਖਾ ਰਹੀ ਸੀ, ਕਿਉਂਕਿ ਉਹਦਾ ਖਾਣਾ ਬਣਾਉਂਦੀ ਸੀ ਉਹ। ਤੇ ਉਹ ਖਾਣਾ ਬਣਾਉਂਦੇ ਵਕਤ ਉਹਦੇ ਥਾਟਸ ਦੇ ਵਿੱਚ ਇਹੀ ਸੀ ਕਿ ਮਕਾਨ ਲੱਭਣਾ, ਜਾ ਕੇ ਫਟਾਫਟ ਮਕਾਨ ਬਣਾਵਾਂ ਤੇ ਮੈਂ ਜਾ ਕੇ ਮਕਾਨ ਲੱਭਾਂ। ਉਹ ਸਾਰੇ ਥਾਟਸ ਉਹਦੇ ਖਾਣੇ ਦੇ ਵਿੱਚ ਜਾ ਰਹੇ ਸੀ। ਉਹ ਵਿਚਾਰੇ ਨੂੰ, ਸੇਠ ਨੂੰ ਸੁਪਨੇ ਆ ਰਹੇ ਸੀ ਉਹ ਖਾਣਾ ਖਾ ਕੇ। ਉਹ ਪਰੇਸ਼ਾਨ ਹੋ ਗਿਆ। ਸੋ ਇਸ ਤਰ੍ਹਾਂ ਤੁਹਾਡੇ ਥਾਟਸ ਦੇ ਵਿੱਚ ਜੋ ਚੱਲ ਰਿਹਾ ਉਸ ਵੇਲੇ, ਇਸੇ ਕਰਕੇ ਬ੍ਰਹਮਾ ਕੁਮਾਰੀਜ਼ ਦੇ ਵਿੱਚ ਬਾਹਰ ਦਾ ਖਾਣਾ, ਕਈ ਲੋਕੀ ਕਹਿੰਦੇ ਤੁਸੀਂ ਸਾਡੇ ਘਰ ਦਾ ਖਾਣਾ ਕਿਉਂ ਨਹੀਂ ਖਾਂਦੇ, ਤੁਸੀਂ ਬਾਹਰ ਦਾ ਹੋਟਲਾਂ ਦਾ ਖਾਣਾ ਕਿਉਂ ਨਹੀਂ ਖਾਂਦੇ, ਤੁਸੀਂ ਪਾਰਟੀਆਂ ਦੇ ਵਿੱਚ ਕਿਉਂ ਨਹੀਂ ਖਾਂਦੇ? ਫਿਰ ਸਾਨੂੰ ਉਹਨਾਂ ਨੂੰ ਸਗੋਂ ਗਿਆਨ ਦੇਣ ਦਾ ਮੌਕਾ ਮਿਲਦਾ ਕਿ ਭਾਈ ਜੈਸਾ ਅੰਨ ਵੈਸਾ ਮਨ। ਪਰ ਕਹਿੰਦੇ ਸਾਰੇ ਤਾਂ ਐਸਾ ਕਰ ਨਹੀਂ ਸਕਦੇ। ਅਸੀਂ ਤਾਂ ਕਰ ਸਕਦੇ ਹਾਂ ਨਾ, ਅਸੀਂ ਕਰ ਰਹੇ ਹਾਂ, ਸਾਨੂੰ ਬਹੁਤ ਬੈਨੀਫਿਟ ਹੈ, ਬਹੁਤ ਆਨੰਦ ਹੈ, ਬਿਮਾਰੀਆਂ ਨਹੀਂ ਲੱਗਦੀਆਂ। ਪਹਿਲਾਂ ਚੌਥੇ ਦਿਨ ਕੋਈ ਨਾ ਕੋਈ ਸਮੱਸਿਆ ਖੜੀ ਰਹਿੰਦੀ ਸੀ, ਤੇ ਹੁਣ ਕੋਈ ਪ੍ਰੋਬਲਮ ਨਹੀਂ ਆਉਂਦੀ। ਸਗੋਂ ਜਿਹੜੀਆਂ ਪ੍ਰੋਬਲਮ ਸੀ ਉਹ ਦੂਰ ਹੋ ਗਈਆਂ, ਕਿਉਂਕਿ ਅਸੀਂ ਤਾਂ ਕੋਈ ਵੀ ਤਾਮਸਿਕ ਚੀਜ਼ ਨਹੀਂ ਖਾਣੀ ਬਾਹਰ ਦਾ, ਕਿਸੇ ਦਾ। ਹੁਣ ਜਿਹੜਾ ਕੁੱਕ ਹੈ, ਖਾਣਾ ਬਣਾਉਣ ਵਾਲਾ, ਉਹ ਕਿਹੜੀ ਭਾਵਨਾ ਦੇ ਨਾਲ ਖਾਣਾ ਬਣਾ ਰਿਹਾ, ਉਹਦੇ ਮਨ ਦੇ ਵਿੱਚ ਕੀ ਥਾਟਸ ਚੱਲ ਰਹੇ ਆ, ਉਹਦੇ ਮਨ ਦੇ ਵਿੱਚ ਕੀ ਮਰਡਰ ਦੇ ਥਾਟ ਚੱਲ ਰਹੇ ਆ, ਬਿਲਕੁਲ ਵਾਸਨਾ ਦੇ ਥਾਟ ਚੱਲ ਰਹੇ ਆ, ਨਸ਼ਾ ਦੇ। ਹਰ ਕਿਸੇ ਨੂੰ ਆਪਣੀ ਜ਼ਿੰਦਗੀ 'ਚ ਟੈਨਸ਼ਨ ਹੈ। ਈਵਨ ਮਾਂ ਵੀ ਅਗਰ ਖਾਣਾ ਬਣਾ ਰਹੀ ਹੈ ਤੇ ਉਹਨੂੰ ਵੀ ਬਹੁਤ ਸਾਰੀ ਟੈਨਸ਼ਨ ਆਉਂਦੀ ਹੈ। ਅਗਰ ਟੈਨਸ਼ਨ ਨਾਲ ਬਣਾ ਰਹੀ ਹੈ ਤਾਂ ਉਹ ਬੱਚਿਆਂ ਲਈ ਉਹ ਟੈਨਸ਼ਨ ਖਾਣੇ ਦੇ ਵਿੱਚ ਜਾਏਗੀ। ਹਾਂਜੀ। ਇਸੇ ਕਰਕੇ ਅਸੀਂ ਹਰ ਇੱਕ ਨੂੰ ਐਡਵਾਈਜ਼ ਇਹ ਕਰੀਦਾ, ਖਾਣਾ ਬਿਲਕੁਲ ਪਰਮਾਤਮਾ ਦੀ ਯਾਦ ਦੇ ਵਿੱਚ ਬਣਾਓ। ਤਾਂ ਹੀ ਸਾਨੂੰ ਲੰਗਰ ਵੀ ਤਾਂ ਇੰਨਾ ਸਵਾਦ ਲੱਗਦਾ। ਲੰਗਰ ਕਿਉਂ ਸਵਾਦ ਲੱਗਦਾ, ਲੰਗਰ ਕਿਉਂ ਇੰਨਾ ਅੱਛਾ ਬਣਦਾ, ਔਰ ਉਹ 'ਚ ਤਾਕਤ ਕਿਉਂ ਹੁੰਦੀ ਐਨੀ। ਤੁਸੀਂ ਈਵਨ ਭੋਗ ਲੈ ਲਓ ਕਿਸੇ ਜਗ੍ਹਾ ਦੇ ਉੱਤੇ, ਗੁਰਦੁਆਰੇ ਦਾ ਭੋਗ ਲੈ ਲਓ, ਉਹ ਖਾ ਕੇ ਤੁਹਾਨੂੰ ਮਜ਼ਾ ਕਿਉਂ ਆਉਂਦਾ, ਅੱਛਾ ਕਿਉਂ ਲੱਗਦਾ? ਕਿਉਂਕਿ ਬੜੇ ਸ਼ੁੱਧ ਵਿਚਾਰਾਂ ਦੇ ਨਾਲ ਬਣਾਇਆ ਗਿਆ ਉਹ, ਬਿਲਕੁਲ ਬੜੀ ਸ਼ੁੱਧ ਭਾਵਨਾ ਦੇ ਨਾਲ ਬਣਾਇਆ ਗਿਆ ਉਹ, ਕਿ ਸੰਗਤ ਦੇ ਵਿੱਚ ਵਰਤਣਾ ਇਹ। ਬਿਲਕੁਲ। ਇਸੇ ਕਰਕੇ ਪ੍ਰਸਾਦ ਲਈ ਅਸੀਂ ਤਰਸਦੇ ਹਾਂ, ਅਸੀਂ ਜਾ ਕੇ ਲੈਂਦੇ ਹਾਂ।
ਪਰ ਇੱਥੇ ਜੇ ਆਪਾਂ ਆਤਮਿਕ ਸਰੂਪ ਦੀ ਗੱਲ ਕਰ ਰਹੇ ਹਾਂ ਜੀ ਤੇ ਮੰਨ ਲਓ ਹੁਣ ਕੋਈ ਬੌਸ ਹੈ ਜੀ ਹੁਣ ਬੌਸ ਦਾ ਰੋਲ ਹੈ ਕਿ ਉਹਨੇ ਗੁੱਸਾ ਕਰਨਾ ਹੀ ਹੈ, ਉਹਨੇ ਜੀ। ਕੰਮ ਕਰਾਣਾ ਹੀ ਹੈ ਜੀ ਔਰ ਉਹ ਨਰਮ ਨਹੀਂ ਪੈ ਸਕਦਾ, ਜੀ ਉਹਨੇ ਥੋੜਾ ਫਰਮ ਹੋ ਕੇ ਆਪਣਾ ਕੰਮ ਕਰਵਾਉਣਾ ਹੈ। ਹਾਂ। ਹੁਣ ਉਹ ਸਥਿਤੀ 'ਚ ਉਹ ਕਿੱਦਾਂ ਆਪਣੇ ਆਪ ਨੂੰ ਆਤਮਿਕ ਰੂਪ 'ਚ ਲੈ ਕੇ ਆ ਸਕਦਾ? ਮੈਂ 2000 ਤੋਂ ਲੈ ਕੇ 2008 ਤੱਕ ਗਿਆਨ ਚ 2000 ਚ ਆਇਆ ਜਦੋਂ ਮੈਨੂੰ ਅਟੈਕ ਹੋਇਆ ਸੀ ਜੀ 2008 ਤੱਕ ਮੈਂ ਜੌਬ ਕੀਤੀ ਹਾਂਜੀ ਤੇ ਕਈ ਵਾਰ ਐਸਾ ਮੌਕਾ ਹੋਇਆ ਕਿ ਮੇਰੇ ਜਿਹੜੇ ਮੈਂ ਜਨਰਲ ਮੈਨੇਜਰ ਸੀ ਤੇ ਮੇਰੇ ਜਿਹੜੇ ਬੌਸ ਸੀ ਉਹਨਾਂ ਦੇ ਨਾਲ ਮੇਰਾ ਕਈ ਵਾਰੀ ਇਸ ਵਾਰੀ ਇਹਨਾਂ ਗੱਲਾਂ ਤੇ, ਕਿਉਂਕਿ ਮੈਂ ਕੋਈ ਗਲਤ ਕੰਮ ਨਹੀਂ ਸੀ ਕਰਦਾ, ਹਾਂਜੀ ਕਈ ਵਾਰ ਥੋੜਾ ਜਿਹਾ ਟਕਰਾਅ ਹੋ ਜਾਂਦਾ ਸੀ ਹਲਕਾ ਜਿਹਾ, ਤੇ ਕੀ ਉਸ ਦੇ ਨਾਲ ਕੀ ਸੀਗਾ ਵਾਈਬ੍ਰੇਸ਼ਨਸ ਮਨ ਚੋਂ ਦੇਈਆਂ ਸੀ, ਮਨ ਚੋਂ ਵਾਈਬ੍ਰੇਸ਼ਨਸ ਦੇ ਕੇ ਜਾਣਾ, ਪਤਾ ਸੀ ਵੀ ਉਹ ਇਸ ਚਾਹੁੰਦੇ ਨੇ ਵੀ ਇਹ ਕੰਮ ਕਰਵਾਉਣਾ ਚਾਹੁੰਦੇ ਆ, ਲੇਕਿਨ ਮੈਨੂੰ ਲੱਗਦਾ ਨਹੀਂ ਵੀ ਇਹ ਕੰਮ ਠੀਕ ਹੈ ਜਾਂ ਮਤਲਬ ਕੋਈ ਵੀ ਐਸਾ ਹੈ ਜਾਂ ਥੋੜਾ ਬਹੁਤ ਕੋਈ ਕਈ ਵਾਰ ਉਹਨਾਂ ਦੇ ਮਨ 'ਚ ਕਿਸੇ ਨੇ ਕੁਝ ਭਰ ਦਿੱਤਾ ਤੇ ਉਹ ਹੋ ਸਕਦਾ ਉਹਨਾਂ ਦੇ ਮਨ 'ਚ ਕੁਝ ਆ ਜਾਂਦਾ ਸੀ ਤੇ ਮੈਂ ਉਹਨਾਂ ਨੂੰ ਵਾਈਬ੍ਰੇਸ਼ਨਸ ਦੇ ਕੇ ਜਾਣਾ, ਹੀ ਇਜ਼ ਵੈਰੀ ਗੁੱਡ ਪਰਸਨ, ਹੀ ਇਜ਼ ਅ ਵੈਰੀ ਡਾਇਨਾਮਿਕ ਪਰਸਨ, ਹੀ ਇਜ਼ ਅ ਗੁੱਡ ਪਰਸਨੈਲਿਟੀ, ਗੋਡ ਬਲੈਸ ਹਿਮ, ਗੋਡ ਬਲੈਸ ਹਿਮ। ਜਦੋਂ ਕਰਕੇ ਜਾਣਾ ਤੇ ਕਦੇ ਉਹਨਾਂ ਨੇ ਗੁੱਸਾ ਨਹੀਂ ਕੀਤਾ, ਕਦੇ ਉਹਨਾਂ ਨੇ ਉਲਟਾ ਨਹੀਂ ਬੋਲਿਆ, ਜਦੋਂ ਪਹਿਲਾਂ ਪਤਾ ਲੱਗਦਾ ਸੀ ਵੀ ਉਹ ਅੱਜ ਬਹੁਤ ਗੁੱਸੇ ਜਾਂ ਤੁਹਾਨੂੰ ਅੱਜ ਇਸ ਗੱਲ ਤੇ ਤੁਹਾਨੂੰ ਡਾਂਟ ਪਏਗੀ, ਹਾਂਜੀ, ਲੇਕਿਨ ਜਦੋਂ ਗੁੱਡ ਵਿਸ਼ੇਸ ਦੇ ਕੇ ਮੈਂ ਜਦੋਂ ਵੀ ਗਿਆ ਤੇ ਬੜਾ ਪ੍ਰੇਮ ਮਿਲਿਆ, ਬੜਾ ਸਨੇਹ ਮਿਲਿਆ, ਬਹੁਤ ਅੱਛੇ ਢੰਗ ਨਾਲ ਬਿਹੇਵ ਕੀਤਾ, ਹੋਰ ਗੱਲਾਂ ਪੁੱਛੀਆਂ, ਪਰਿਵਾਰ ਠੀਕ ਹੈ, ਇਹ ਠੀਕ ਹੈ, ਔਰ ਅੱਗੋਂ ਕਦੇ ਰਿਐਕਸ਼ਨ ਕਦੇ ਵੀ ਮਿਲਿਆ ਨਹੀਂ, ਮਤਲਬ ਜਾਣ ਤੋਂ ਪਹਿਲਾਂ ਹੀ ਤੁਸੀਂ ਉਹ ਵਾਈਬ੍ਰੇਸ਼ਨਸ ਉਹਨਾਂ ਤੱਕ ਪਹਿਲਾਂ ਹੀ ਵਾਈਬ੍ਰੇਸ਼ਨਸ ਉਹਨਾਂ ਨੂੰ ਪਹੁੰਚਾ ਦਿੰਦੇ ਸੀ ਤੇ ਗੋਡ ਬਲੈਸ ਉਹਨਾਂ ਨੂੰ ਪਹਿਲਾਂ ਹੀ ਕਰ ਦਿੰਦਾ ਸੀ, ਪਰਮਾਤਮਾ ਉਹਨਾਂ ਦਾ ਭਲਾ ਕਰੇ, ਇਜ਼ ਵੈਰੀ ਗੁੱਡ ਪਰਸਨੈਲਿਟੀ ਔਰ ਬਹੁਤ ਅੱਛਾ ਆਦਮੀ ਹੈ, ਬਹੁਤ ਅੱਛਾ ਬਿਹੇਵ ਕਰੇਗਾ ਔਰ ਅੱਛਾ ਬਿਹੇਵ ਮਿਲਦਾ ਸੀ ਹਮੇਸ਼ਾ, ਕਦੇ ਵੀ ਐਸਾ ਨਹੀਂ ਹੋਇਆ। ਔਰ ਰਾਦਰ ਜਿਹੜੀ ਗੱਲ ਉਹ ਕਰਵਾਉਣਾ ਚਾਹੁੰਦੇ ਸੀ ਉਹਨਾਂ ਨੇ ਆਪਣੇ ਆਪ ਕਹਿਤਾ ਨਹੀਂ ਨਹੀਂ ਨਹੀਂ, ਇਹ ਡੋਂਟ ਡੂ ਇਟ, ਰੀਅਲੀ ਮੈਨੂੰ ਵੀ ਲੱਗ ਰਿਹਾ ਵੀ ਠੀਕ ਨਹੀਂ ਹੈ, ਡੋਂਟ ਡੂ ਇਟ। ਅੱਛਾ, ਮਤਲਬ ਉਹ ਹਮੇਸ਼ਾ ਅੱਛੀ ਰਿਸਪੌਂਸ ਮਿਲੀ ਹੈ, ਇਸ ਦਾ ਬੜਾ ਅੱਛਾ ਰਿਸਪੌਂਸ ਮਿਲਿਆ, ਜਿਨ੍ਹਾਂ ਨੂੰ ਵੀ ਗਾਈਡ ਕੀਤਾ ਲੋਕਾਂ ਨੂੰ ਬਹੁਤ ਬੈਨੀਫਿਟ ਮਿਲਿਆ। ਹਾਂਜੀ, ਜਿਵੇਂ ਤੁਸੀਂ ਆਰਮੀ ਦੀ ਹੁਣੇ ਗੱਲ ਕੀਤੀ ਸੀ, ਹਾਂਜੀ, ਤੁਸੀਂ ਆਰਮੀ ਦੀ ਗੱਲ ਕੀਤੀ, ਇੱਕ ਕਰਨਲ ਸਤੀ ਦਾ ਤੁਸੀਂ ਕਾਰਗਿਲ ਦਾ ਐਕਸਪੀਰੀਅੰਸ ਪੜਿਆ ਹੋਏਗਾ, ਹਾਂਜੀ, ਬੜਾ ਅੱਛਾ ਐਕਸਪੀਰੀਅੰਸ ਸੀ ਉਹਨਾਂ ਦਾ ਜੀ। ਉਹ ਜਦੋਂ ਗਏ ਤੇ ਗੋਲੇ ਚੱਲ ਰਹੇ ਸੀ, ਬਹੁਤ ਜ਼ਿਆਦਾ ਫਾਇਰਿੰਗ ਹੋ ਰਹੀ ਸੀ ਕਾਰਗਿਲ ਯੁੱਧ ਦੇ ਵਿੱਚ, ਹੀ ਟੁਕ ਐਜ਼ ਕਮਾਂਡਰ, ਉਹਨੂੰ ਕਮਾਂਡਰ ਉੱਥੇ ਜਾਣਾ ਪਿਆ, ਉਹ ਹਾਰਡਲੀ 60 ਮੀਟਰ ਦਾ ਫਰਕ ਸੀ, ਜਿਹੜੇ ਆਪੋਜ਼ਿਟ ਜਿਹੜੀ ਸੈਨਾ ਸੀ ਉਹ ਟੌਪ ਤੇ ਬੈਠੀ ਸੀ, ਇਹ ਨੀਚੇ ਸੀ ਵਿਚਾਰੇ, ਹਾਂਜੀ, ਤੇ ਉੱਪਰੋਂ ਗੋਲਾ ਨੀਚੇ ਸੁੱਟਣਾ ਬੜਾ ਆਸਾਨ ਸੀ, ਥੱਲਿਓਂ ਉੱਪਰ ਜਾਣਾ ਬੜਾ ਔਖਾ ਸੀ, ਲੇਕਿਨ ਉਹਨਾਂ ਨੇ ਪਰਮਾਤਮਾ ਨੂੰ ਯਾਦ ਕਰਕੇ, ਬਾਬਾ ਦਾ ਬੱਚਾ ਹੋਣ ਕਰਕੇ ਵਾਈਬ੍ਰੇਸ਼ਨਸ ਦਿੰਦੇ ਰਹੇ, ਦੋਸਤੀ ਦੀਆਂ ਵਾਈਬ੍ਰੇਸ਼ਨਸ ਦਿੰਦੇ ਰਹੇ। ਅੱਛਾ, ਤੇ ਪਿੱਛੇ ਮੈਂ ਉਹਨਾਂ ਦਾ ਆਰਟੀਕਲ ਪੜ੍ਹਿਆ ਸੀ ਜੀ, ਇਹਦੇ ਚ ਗਿਆਨ ਅੰਮ੍ਰਿਤ ਦੇ ਵਿੱਚ, ਬੜਾ ਅੱਛਾ ਕਰਨਲ ਸਤੀ ਦੇ ਨਾਂ ਤੇ ਆਇਆ ਸੀ, ਬੜਾ ਅੱਛਾ ਆਰਟੀਕਲ ਸੀ। ਉਹਨੇ ਕਿਹਾ ਕਿ ਉੱਥੇ ਜਿਹੜਾ ਯੁੱਧ ਵਿਰਾਮ ਹੈ ਮੈਂ ਸਿਰਫ ਯੋਗ ਦੇ ਨਾਲ ਕਰਵਾਇਆ। ਅੱਛਾ, ਰੋਜ਼ ਗੋਲੇ ਚੱਲਦੇ ਸੀ, ਤੋਪ ਦੇ ਗੋਲੇ ਅਸੀਂ ਵੀ ਸੁੱਟਦੇ ਸੀ, ਉਹ ਵੀ ਸੁੱਟਦੇ ਸੀ, ਤੇ ਫਿਰ ਕਹਿੰਦੇ ਮੈਂ ਵਾਈਬ੍ਰੇਸ਼ਨਸ ਦੇਣੀਆਂ ਸ਼ੁਰੂ ਕੀਤੀਆਂ, ਤੇ 2 ਦਿਨ ਲਈ ਵਿਰਾਮ ਹੋ ਗਿਆ, ਫਿਰ 3 ਦਿਨ ਲਈ ਹੋਇਆ, ਫਿਰ ਹਫ਼ਤੇ ਲਈ ਹੋ ਗਿਆ, ਉਹ ਯੁੱਧ ਵਿਰਾਮ ਵੱਧਦਾ ਗਿਆ। ਫਿਰ ਉਹ ਕਹਿੰਦਾ ਮੈਂ ਉਹਨਾਂ ਨੂੰ ਮਤਲਬ ਮੈਸੇਜ ਭੇਜਣਾ ਸ਼ੁਰੂ ਕੀਤਾ ਕਿ ਆਪਣੇ ਸਿਪਾਹੀ ਨੂੰ ਕਿਹਾ ਤੁਸੀਂ ਉਹਨਾਂ ਨੂੰ ਕਹੋ ਵੀ ਕਰਨਲ ਸਾਹਿਬ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਆ, ਤੇ ਕਹਿੰਦਾ ਉਹਨਾਂ ਵੱਲੋਂ ਰਿਸਪੌਂਸ ਆਇਆ ਯੈਸ, ਵਾਈਟ ਕਲਰ ਉਹਨਾਂ ਨੇ ਫੇਵਰ ਕੀਤਾ, ਯੈਸ ਵੀ ਆਰ ਰੈਡੀ ਟੂ ਟਾਕ, ਔਰ ਫਿਰ ਉਹਨਾਂ ਦੀ ਇੰਨੀ ਦੋਸਤੀ ਹੋ ਗਈ, ਕਹਿੰਦਾ ਅੱਜ ਵੀ ਮੈਨੂੰ ਉਹਨਾਂ ਦੇ ਮੈਸੇਜ ਆਉਂਦੇ ਨੇ, ਫੋਨ ਆਉਂਦੇ ਨੇ, ਉਹ ਜਿਹੜੇ ਕਮਾਂਡਰ ਉੱਧਰ ਸੀ ਤੇ ਉਹਨਾਂ ਦੇ ਕਮਾਂਡਰ ਇੱਧਰ ਸਾਡੇ ਇਹਨਾਂ ਦੇ ਨਾਲ, ਉਹ ਕਹਿੰਦਾ ਕਿ ਇੰਨਾ ਅੱਛਾ ਵਾਤਾਵਰਣ ਬਣ ਗਿਆ, ਉਸ ਤੋਂ ਬਾਅਦ ਕਦੇ ਨਾ ਤਾਂ ਉੱਥੇ ਪ੍ਰੋਬਲਮ ਆਈ, ਨਾ ਲੜਾਈ ਹੋਈ, ਨਾ ਕੋਈ ਚੱਕਰ ਹੋਇਆ। ਸੋ ਉੱਥੇ ਵੀ ਵਾਈਬ੍ਰੇਸ਼ਨਸ ਹਰ ਜਗ੍ਹਾ ਯੋਗ ਦੀਆਂ ਕੰਮ ਕਰਦੀਆਂ ਨੇ, ਕਿਉਂਕਿ ਬਾਬਾ ਦਾ ਬੱਚਾ ਸੀ, ਉਹ ਹਰ ਕੰਮ ਬਾਬਾ ਦੇ ਮਤਲਬ ਯੋਗ ਦੇ ਨਾਲ ਮਿਲਾ ਕੇ, ਉਹ ਸੈਨਾ ਦੇ ਵਿੱਚ ਵੀ ਉਹਨੇ ਇਸ ਚੀਜ਼ ਨੂੰ ਪ੍ਰੂਵ ਕਰਕੇ ਦਿਖਾਇਆ ਕਿ ਅਸੀਂ ਪ੍ਰੈਕਟੀਕਲ ਤਰੀਕੇ ਦੇ ਨਾਲ ਕਿ ਅਸੀਂ ਯੁੱਧ ਵਿਰਾਮ ਵੀ ਕਰਾ ਸਕਦੇ ਹਾਂ, ਇੰਨੀ ਸ਼ਕਤੀ ਪਾਵਰ ਹੈ ਜਦੋਂ ਅਸੀਂ ਉਸ ਪਰਮਾਤਮਾ ਦੇ ਨਾਲ ਮੈਡੀਟੇਸ਼ਨ ਕਰਦੇ ਹਾਂ। ਕਰਮ ਯੋਗ, ਦਿਸ ਇਜ਼ ਕਰਮ ਯੋਗ। ਸੈਨਾ ਦੇ ਵਿੱਚ ਹੁੰਦੇ ਹੋਏ ਵੀ ਕਹਿੰਦਾ ਐਸੀ ਗੱਲ ਨਹੀਂ, ਮੈਂ ਗੋਲੇ ਵੀ ਚਲਾਏ, ਚਲਵਾਏ ਨੇ, ਤੋਪਾਂ ਵੀ ਚਲਵਾਈਆਂ, ਜਦੋਂ ਤੱਕ ਉਹਨਾਂ ਦੇ ਬਹੁਤ ਜ਼ਿਆਦਾ ਅਤੀ ਹੋਈ ਸੀ ਤੇ ਰਿਸਪੌਂਸ ਦੇਣ ਵਾਸਤੇ ਚਲਵਾਇਆ, ਲੇਕਿਨ ਨਾਲ ਦੀ ਨਾਲ ਮੈਂ ਆਪਣਾ ਮੈਡੀਟੇਸ਼ਨ ਯੋਗ ਦੀਆਂ ਵਾਈਬ੍ਰੇਸ਼ਨਸ ਸ਼ੁਰੂ ਮਤਲਬ ਆਪਣੀ ਡਿਊਟੀ ਵੀ ਉਹਨਾਂ ਨੇ ਨਿਭਾਈ, ਤੇ ਜੋ ਉਹਨਾਂ ਦੀ ਮੇਨ ਡਿਊਟੀ ਸੀ ਆਤਮਿਕ ਰੂਪ ਤੇ ਵਾਈਬ੍ਰੇਸ਼ਨਸ ਦੇਣ ਦੀ, ਉਹ ਵੀ ਉਹਨਾਂ ਨੇ ਉਹ ਵੀ ਦਿੰਦੇ ਰਹੇ। ਉਹਦਾ ਰਿਜ਼ਲਟ ਦੇਖੋ ਕਿੰਨਾ ਅੱਛਾ ਨਿਕਲਿਆ, ਔਰ ਬੜਾ ਅੱਛਾ ਆਰਟੀਕਲ ਹੈ, ਤੁਹਾਨੂੰ ਮੌਕਾ ਮਿਲਿਆ ਜ਼ਰੂਰ ਪੜ੍ਹਨਾ। ਬਿਲਕੁਲ ਬਿਲਕੁਲ, ਬਹੁਤ ਅੱਛਾ। ਉਸ ਦੇ ਵਿੱਚ ਇਸ ਤਰ੍ਹਾਂ ਕਰਮ ਯੋਗ ਖਾਲੀ ਇਹੀ ਨਹੀਂ, ਆਫਿਸ ਦੇ ਵਿੱਚ ਡਿਊਟੀ ਦਿੰਦੇ ਹੋਏ, ਕਿਹੜੀ ਵੀ ਤੁਹਾਡੀ ਪੋਸਟ ਹੈ, ਬਿਜ਼ਨਸ ਕਰਦੇ ਹੋਏ, ਕਿਸਾਨ ਖੇਤੀ ਕਰਦੇ ਹੋਏ, ਅੱਜ ਦੇਖੋ ਜੈਵਿਕ ਖੇਤੀ ਹੋ ਰਹੀ, ਆਪਣਾ ਇਹ ਜਿਹੜਾ ਕ੍ਰਿਸ਼ੀ ਵਿਭਾਗ ਹੈ ਆਪਣਾ ਕਿੰਨਾ ਬ੍ਰਹਮਾ ਕੁਮਾਰੀ ਦਾ ਕੰਮ ਕਰ ਰਿਹਾ, ਕਿੰਨੀ ਉਹਨਾਂ ਨੂੰ ਦੇਖੋ ਅੱਗੇ ਨਾਲੋਂ ਕਿੰਨੀ ਵੱਧ ਝਾੜ ਫਸਲ ਮਿਲ ਰਹੀ ਹੈ, ਯੀਲਡ ਕਿੰਨੀ ਵੱਧ ਗਈ ਹੈ, ਔਰ ਉਹਨਾਂ ਦੇ ਵਿੱਚ ਦੇਖੋ ਵਿਦਆਊਟ ਸਪਰੇ
ਕਿੰਨੀ ਅੱਛੀ ਖੇਤੀ ਹੋ ਰਹੀ ਹੈ। ਇਹ ਤੁਹਾਡੇ ਪਲਾਂਟਸ ਦੇ ਉੱਤੇ ਵੀ ਹਰ ਚੀਜ਼ ਦੇ ਉੱਤੇ ਤੁਹਾਡੇ ਯੋਗ ਦੀਆਂ ਵਾਈਬ੍ਰੇਸ਼ਨਸ ਦਾ ਫਰਕ ਪੈਂਦਾ। ਇਹਨੂੰ ਜੇ ਆਪਾਂ ਹੋਰ ਆਤਮਿਕ ਤੌਰ ਤੇ ਸਮਝਣ ਦੀ ਕੋਸ਼ਿਸ਼ ਕਰੀਏ ਕਿ ਆਮ ਤੌਰ ਤੇ ਜੋ ਵੀ ਅਸੀਂ ਕੰਮ ਕਰ ਰਹੇ ਹਾਂ ਤੇ ਆਪਣੇ ਆਪ ਨੂੰ ਉਸ ਸਥਿਤੀ 'ਚ ਕਿੱਦਾਂ ਅਸੀਂ ਸਥਿਰ ਕਰ ਸਕਦੇ ਹਾਂ। ਫੋਰ ਐਗਜ਼ਾਮਪਲ ਕੋਈ ਇਹੋ ਜਿਹੀ ਚੀਜ਼ ਹੋ ਗਈ ਜਿਹਦੇ ਨਾਲ ਬਹੁਤ ਟੈਨਸ਼ਨ ਘਰ 'ਚ ਪੈਦਾ ਹੋ ਗਈ ਹੈ ਔਰ ਬਹੁਤ ਸਟ੍ਰੈਸ ਹੈ ਦਿਮਾਗ ਤੇ, ਔਰ ਅਸੀਂ ਤੁਰੰਤ ਹਰ ਗੱਲ 'ਚ ਰਿਐਕਟ ਕਰ ਦਈਦਾ ਹੈ ਔਰ ਉਹ ਰਿਐਕਟ ਕਰਨ ਤੋਂ ਪਹਿਲਾਂ ਦਿਮਾਗ 'ਚ ਨਹੀਂ ਆਉਂਦਾ ਕਿ ਅਸੀਂ ਆਤਮਾ ਹਾਂ ਜਾਂ ਮੈਂ ਆਤਮਿਕ ਸਵਰੂਪ 'ਚ ਰਹਿ ਕੇ ਫਿਰ ਰਿਐਕਟ ਕਰਾਂ। ਉਹ ਜੋ ਆਦਤ ਪੈ ਗਈ ਹੈ ਹੁਣ ਰਿਐਕਟ ਕਰਨ ਦੀ ਤੁਰੰਤ, ਉਹ ਆਦਤ ਨੂੰ ਕਿੱਦਾਂ ਅਸੀਂ ਬਦਲ ਸਕਦੇ? ਉਸ ਆਦਤ ਨੂੰ ਅਸੀਂ ਪੋਜ਼ਿਟਿਵ ਦੇ ਬਦਲਣਾ ਬਹੁਤ ਈਜ਼ੀ ਹੈ ਰਾਜ ਯੋਗ ਨਾਲ। ਜੇਕਰ ਅਸੀਂ ਇਸ ਅਭਿਆਸ ਨੂੰ ਕਰਦੇ ਰਵਾਂਗੇ ਕਿ ਰਿਐਕਟ ਤੇ ਕਰਨਾ ਨਹੀਂ, ਨੰਬਰ 1 ਹਾਂਜੀ, ਕਿਸੇ ਵੀ ਗੱਲ ਤੇ ਰਿਐਕਟ ਨਹੀਂ ਕਰਨਾ, ਉਹਨੂੰ 1 ਮਿੰਟ ਲਈ ਪੋਸਟਪੋਨ ਕਰਨਾ। ਤੇ ਤੁਸੀਂ ਕਿਸੇ ਵੀ ਗੁੱਸੇ ਨੂੰ, ਕਿਸੇ ਵੀ ਗੱਲ ਨੂੰ, ਕਿਸੇ ਵੀ ਟੈਨਸ਼ਨ ਨੂੰ ਅਗਰ 2 ਮਿੰਟ ਲਈ ਪੋਸਟਪੋਨ ਕਰ ਦਿੰਦੇ ਹੋ, ਕਿਸੇ ਨੇ ਕੁਝ ਕਿਹਾ, ਆਪਾਂ 2 ਮਿੰਟ ਲਈ ਸੋਚਿਆ ਇਹਦੇ ਰਿਪਰਕਸ਼ਨ ਕੀ ਹੋ ਸਕਦਾ, ਜਾਂ 1 ਮਿੰਟ ਲਈ ਉਸੇ ਵੇਲੇ ਇਮੀਡੀਏਟ ਰਿਐਕਟ ਨਾ ਕਰਕੇ ਥੋੜਾ ਜਿਹਾ ਮਾਈਂਡ ਅਪਲਾਈ ਕੀਤਾ ਕਿ ਵਾਟ ਸ਼ੁਡ ਆਈ ਡੂ ਐਟ ਦਿਸ ਮੋਮੈਂਟ, ਮੈਨੂੰ ਕੀ ਕਰਨਾ ਚਾਹੀਦਾ ਹੁਣ ਇਸ ਵੇਲੇ, ਰਿਐਕਟ ਨਹੀਂ ਕਰਨਾ ਚਾਹੀਦਾ। ਰਿਐਕਟ ਕੀਤਾ ਤੇ ਮਾਮਲਾ ਵਧੇਗਾ। ਚੁੱਪ ਕਰਨਾ, ਵਿਡਰਾ ਕਰ ਜਾਣਾ, ਪਾਵਰ ਟੂ ਵਿਡਰਾ ਸਾਡੇ ਕੋਲ ਹੈ ਨਾ, ਉਹ ਸ਼ਕਤੀ ਨੂੰ ਉਸ ਵੇਲੇ ਯਾਦ ਕਰਨਾ, ਯੂਜ਼ ਕਰਨਾ ਕਿ ਇਸ ਵੇਲੇ ਸਿਚੁਏਸ਼ਨ ਗੜਬੜ ਹੋ ਸਕਦੀ ਹੈ ਜਾਂ ਖਰਾਬ ਹੋ ਸਕਦੀ ਹੈ, ਵਿਗੜ ਸਕਦੀ ਹੈ, ਲੈਟ ਮੀ ਵਿਡਰਾ। ਤੋ ਵਿਡਰਾ ਕਰਨ ਦੀ ਸ਼ਕਤੀ ਸਾਡੇ ਅੰਦਰ ਹੈ, ਪਰਖਣ ਦੀ ਸ਼ਕਤੀ ਸਾਡੇ ਅੰਦਰ ਹੈ, ਸਾਡੇ ਅੰਦਰ ਫੈਸਲਾ ਕਰਨ ਦੀ ਸਾਡੇ ਅੰਦਰ ਸ਼ਕਤੀ ਹੈ, ਲੇਕਿਨ ਅਸੀਂ ਫੈਸਲਾ ਕਿਸੇ ਤੇ ਥੋਪਣਾ ਨਹੀਂ। ਹਾਂਜੀ, ਫੈਸਲਾ ਆਪਣੇ ਆਪ ਲਈ ਕਰਨਾ, ਵਾਟ ਸ਼ੁਡ ਆਈ ਡੂ, ਮੈਨੂੰ ਕਰਨਾ ਕੀ ਚਾਹੀਦਾ ਇਸ ਵੇਲੇ, ਕੀ ਚੂਜ਼ ਕਰਨਾ ਇਸ ਸਿਚੁਏਸ਼ਨ ਵਿੱਚ, ਉਹ ਆਪਾਂ ਦੇਖਣਾ, ਨਾ ਕਿ ਉਹ ਤਾਂ ਇੱਕ ਵਾਈਸ ਬਣ ਜਾਂਦੀ ਨਾ ਕਿ ਅਸੀਂ ਐਵੇਂ ਬੈਠੇ ਬੈਠੇ ਜੱਜਮੈਂਟ ਕਰੀ ਜਾਂਦੇ ਤੇ ਇਹ ਮਤਲਬ ਇਹ ਐਵੇਂ ਕਿਉਂ ਕਰ ਰਿਹਾ, ਇਹਨੂੰ ਐ ਨਹੀਂ ਕਰਨਾ ਚਾਹੀਦਾ, ਇਹਨੂੰ ਇਸ ਤਰ੍ਹਾਂ ਜ਼ਿਆਦਾਤਰ ਖਿਆਲ ਤਾਂ ਉਹੀ ਆਉਂਦੇ, ਇਹਨੂੰ ਇਸ ਤਰ੍ਹਾਂ ਦੇ ਕੱਪੜੇ ਨਹੀਂ ਪਾਣੇ ਚਾਹੀਦੇ, ਹਾਂਜੀ, ਇਹਨਾਂ ਨੇ ਬਲੈਕ ਕੱਪੜੇ ਕਿਉਂ ਪਾਏ ਆ, ਇਹਨੇ ਰੈੱਡ ਕਿਉਂ ਪਾਏ ਆ, ਜਾਂ ਇਹਨਾਂ ਨੇ ਵਾਈਟ ਹੀ ਕਿਉਂ ਪਾਏ ਹੋਏ ਆ। ਮਤਲਬ ਬਜਾਏ ਇਸ ਦੇ ਕਿ ਆਪਾਂ ਐਵੇਂ ਕਿਸੇ ਤੇ ਕਮੈਂਟ ਕਰਦੇ ਜਾਈਏ, ਉਹ ਵੀ ਸੋਚਣਾ ਚਾਹੀਦਾ ਇਟ ਇਜ਼ ਹਿਸ ਚੋਇਸ, ਉਹਨੂੰ ਜੋ ਚੰਗਾ ਲੱਗਦਾ ਉਹ ਕਰ ਰਿਹਾ, ਬਹੁਤ ਅੱਛਾ। ਇਨ ਵਟਐਵਰ ਪੋਜੀਸ਼ਨ ਐਕਸੈਪਟ ਕਰਨਾ, ਤੁਹਾਨੂੰ ਐਕਸੈਪਟ ਕਰਨਾ, ਹਰ ਇੱਕ ਨੂੰ ਜੋ ਜੈਸਾ ਹੈ, ਜੈਸਾ ਰੋਲ ਪਲੇ ਕਰ ਰਿਹਾ, ਜੋ ਰੋਲ ਉਹਨੂੰ ਮਿਲਿਆ ਹੋਇਆ ਉਹ ਪਲੇ ਕਰ ਰਿਹਾ। ਪਰ ਜੇ ਸਾਹਮਣੇ ਵਾਲਾ ਗਲਤ ਕਰ ਰਿਹਾ ਹੈ, ਜੋ ਬਿਲਕੁਲ ਸਹਿਨ ਕਰਨ ਲਾਇਕ ਨਹੀਂ ਹੈ, ਇਹੋ ਜਿਹਾ ਕੋਈ ਕੰਮ ਕਰ ਰਿਹਾ ਹੈ, ਉਸ ਸਿਚੁਏਸ਼ਨ 'ਚ ਫਿਰ ਅਸੀਂ ਕੀ ਕਰ ਸਕਦੇ? ਤੁਸੀਂ ਰਾਵਣ ਨੂੰ, ਰਾਮਲੀਲਾ ਦੇ ਵਿੱਚ ਰਾਵਣ ਦਾ ਰੋਲ ਮਿਲਿਆ ਹੋਇਆ ਤੇ ਉਹ ਰਾਮ ਦਾ ਰੋਲ ਕਰੇਗਾ ਨਹੀਂ, ਜਿਹਨੂੰ ਜੋ ਰੋਲ ਮਿਲਿਆ ਹੈ ਉਹ ਹੀ ਰੋਲ ਕਰੇਗਾ। ਜੋ ਰੋਲ ਮਿਲਿਆ ਹੋਇਆ ਤੁਸੀਂ ਸਮਝੋ ਆਪਣਾ ਰੋਲ ਪਲੇ ਕਰ ਰਹੀ ਆਤਮਾ, ਉਹ ਆਤਮਾ ਹੈ, ਪਿਓਰ ਹੈ, ਸਭ ਕੁਝ ਹੈ, ਲੇਕਿਨ ਉਹ ਆਪਣਾ ਰੋਲ ਪਲੇ ਕਰ ਰਹੀ ਹੈ। ਸੋ ਸਾਡਾ ਕੀ ਹੈ, ਉਹਨੂੰ ਤੁਸੀਂ ਐਡਵਾਈਜ਼ ਹੀ ਕਰ ਸਕਦੇ ਨਾ, ਯੂ ਕੈਨ ਚੇਂਜ ਯੂਅਰ ਰੋਲ। ਆਈ ਥਿੰਕ ਤੁਹਾਨੂੰ ਰਾਵਣ ਨਾਲੋਂ ਤਾਂ ਤੁਸੀਂ ਲਕਸ਼ਮਣ ਦਾ ਰੋਲ ਕਰੋ, ਤੁਹਾਨੂੰ ਬਹੁਤ ਚੰਗਾ ਲੱਗੇਗਾ, ਬਟ ਇਟਸ ਹਿਸ ਚੋਇਸ। ਸੁਜੈਸਟ ਕਰਨਾ ਤੁਹਾਡਾ ਕੰਮ ਹੈ। ਹਾਂਜੀ, ਅਗਰ ਅਗਲਾ ਮੰਨਦਾ ਬਹੁਤ ਅੱਛੀ ਗੱਲ ਹੈ, ਨਹੀਂ ਮੰਨਦਾ ਤੇ ਵਾਈ ਵੇਸਟ ਯੂਅਰ ਟਾਈਮ, ਲੇਕਿਨ ਸ਼ੁਭ ਭਾਵਨਾ ਦਿਓ ਕਿ ਇਸ ਦਾ ਰੋਲ ਚੇਂਜ ਹੋ ਜਾਏ। ਪਰਮਾਤਮਾ ਉਹ ਤੁਸੀਂ ਕਰ ਸਕਦੇ ਹੋ ਕਿ ਇਸ ਦਾ ਰੋਲ ਬੈਟਰ ਹੋ ਜਾਏ, ਪਰਮਾਤਮਾ ਇਸ ਨੂੰ ਥੋੜੀ ਸਦਬੁੱਧੀ ਦੇ ਤੇ ਪਰਮਾਤਮਾ ਤੋਂ ਕਿਰਨਾਂ ਲੈ ਕੇ ਉਹਦੇ ਤੇ ਪਾਓ ਕਿ ਉਹ ਚੇਂਜ ਹੋ ਜਾਏ, ਉਹ ਚੇਂਜ ਹੋ ਜਾਏਗਾ, ਫਰਕ ਪੈ ਜਾਏਗਾ। ਇੱਕਦਮ ਤੇ ਨਹੀਂ ਪਏਗਾ, ਇੰਸਟੈਂਟ ਨਹੀਂ ਹੁੰਦਾ ਇਹਦੇ ਚ ਕੋਈ ਵੀ ਕੰਮ ਜੀ। ਇੰਸਟੈਂਟ ਤਦ ਹੁੰਦਾ ਜਦੋਂ ਤੁਹਾਡੀ ਸਥਿਤੀ ਬਹੁਤ ਪਾਵਰਫੁਲ ਹੋ ਜਾਏ, ਤੁਹਾਡੀ ਆਤਮਿਕ ਸਥਿਤੀ ਇੰਨੀ ਪਾਵਰਫੁਲ ਹੈ ਕਿ ਤੁਸੀਂ ਪੁਰਾਣੇ ਜ਼ਮਾਨੇ 'ਚ ਕਈ ਸ਼ਕਤੀਸ਼ਾਲੀ ਸੰਤ ਦੇਖੇ ਹੋਣਗੇ ਜਿਹੜੇ ਕਿ ਸਿਰਫ ਇੱਕ ਆਸ਼ੀਰਵਾਦ ਨਾਲ, ਵਾਈਬ੍ਰੇਸ਼ਨਸ ਦੇ ਨਾਲ ਹੀ। ਹਾਂਜੀ ਬਿਲਕੁਲ, ਮਹਾਤਮਾ ਬੁੱਧ ਬਾਰੇ ਅਸੀਂ ਬਹੁਤ ਸੁਣਿਆ ਹੈ। ਇਸ ਤਰ੍ਹਾਂ ਸਾਡੇ ਦਾਦੀ ਜਾਨਕੀ ਵੀ ਹੈ, ਜਿਹੜੇ ਚੀਫ ਹੈ ਵਰਲਡ ਬ੍ਰਹਮਾ ਕੁਮਾਰੀਸ ਜੀ, ਉਹ ਜਿਸ ਤੇ ਸਿਰ ਤੇ ਹੱਥ ਰੱਖ ਦੇਣਗੇ ਸਿਰ ਦਰਦ ਦੂਰ ਹੋ ਜਾਂਦਾ ਉਹਦਾ। ਇੰਨੀਆਂ ਉਹਦੇ ਸਟਰੋਂਗ ਵਾਈਬ੍ਰੇਸ਼ਨਸ ਹੱਥ ਦੇ ਵਿੱਚ ਹੈ, ਇੰਨੀ ਮਤਲਬ ਪਾਵਰਫੁਲ ਆਤਮਾ ਹੈ ਉਹ ਕਿ ਉਹਨਾਂ ਦੇ ਦੇਖੋ ਸਿਰਫ ਇੱਕ, ਮੈਂ ਖੁਦ ਮਹਿਸੂਸ ਕੀਤਾ ਜਦੋਂ ਉਹਨਾਂ ਨੇ ਮੈਨੂੰ ਐਪਲ ਦਿੱਤਾ ਤੇ ਮੈਨੂੰ ਇਹ ਫੀਲ ਹੋਇਆ, ਕਰੰਟ ਫੀਲ ਹੋਇਆ, ਹਲਕਾ ਜਿਹਾ, ਮਾਮੂਲੀ, ਬਹੁਤ ਅੱਛਾ, ਬਹੁਤ ਹੀ ਲਵਲੀ, ਜਿਹਦੇ ਨਾਲ ਮੈਨੂੰ ਇਹ ਫੀਲ ਹੋਇਆ ਮੇਰੇ ਸਰੀਰ ਦੇ ਵਿੱਚ ਬਹੁਤ ਸ਼ਕਤੀ ਭਰ ਗਈ। ਹਾਂਜੀ, ਉਹ ਤਾਂ ਉਹਨਾਂ ਦੀ ਵਾਈਬ੍ਰੇਸ਼ਨਸ ਹੀ ਬਹੁਤ ਜ਼ਿਆਦਾ ਹੁੰਦੀਆਂ। ਸੋ ਉਹ ਕਿਸ ਤਰ੍ਹਾਂ ਹੁੰਦੀਆਂ, ਕਿਉਂਕਿ ਉਹਨਾਂ ਨੇ ਇੰਨਾ ਤਪ ਕੀਤਾ, ਇੰਨਾ ਆਪਣੇ ਆਪ ਨੂੰ ਕੱਢਿਆ ਉਹਨਾਂ ਚੀਜ਼ਾਂ ਦੇ ਵਿੱਚੋਂ, ਤਪ ਕਰਕੇ ਆਪਣੇ ਆਪ ਨੂੰ, ਔਰਾ ਆਪਣਾ ਉਹਨਾਂ ਦਾ ਇੰਨਾ ਜ਼ਬਰਦਸਤ ਬਣ ਗਿਆ। ਉਹਨਾਂ ਦੇ ਨੇੜੇ ਜਾਣ ਨਾਲ ਹੀ ਤੁਹਾਡਾ ਉਹਦਾ ਔਰਾ ਹੀ ਦੇਖੋ ਇੰਨਾ ਫੈਲਦਾ, ਕਿਉਂਕਿ ਉਹਨਾਂ ਦੇ ਅੰਦਰ ਰਿਐਕਸ਼ਨ ਬਿਲਕੁਲ ਨਹੀਂ ਹੈ, ਫ੍ਰੀਕੁਐਂਸੀ ਬਿਲਕੁਲ ਲੋ ਹੈ।
ਰਿਐਕਟ ਕਰਨ ਦੀ ਫ੍ਰੀਕੁਐਂਸੀ ਲੋ, એનર્ਜੀ ਲੈਵਲ ਬਹੁਤ ਹਾਈ ਹੈ। ਤੁਸੀਂ ਇੱਕ ਤੁਹਾਨੂੰ ਮੈਂ ਐਗਜ਼ਾਮਪਲ ਦੱਸਦਾ, ਇੱਕ ਲੇਡੀ ਹੈ ਜਿਹੜੀ ਰਾਤ ਤੱਕ ਲੇਟ ਸੌਣ ਤੱਕ ਸੀਰੀਅਲ ਦੇਖੇ ਜਾ ਰਹੀ ਹੈ, ਨੈਗੇਟਿਵ ਜਿਹੜੇ ਚੱਲ ਰਹੇ ਅੱਜ ਕੱਲ ਮਾੜੇ ਸੀਰੀਅਲ। ਔਰ ਇੱਕ ਲੇਡੀ ਨਹੀਂ, ਇਹੋ ਜਿਹੀ ਬਹੁਤ ਸਾਰੀਆਂ ਲੇਡੀਜ਼ ਮਿਲ ਜਾਣਗੇ, ਲੇਕਿਨ ਉਹਨਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਫਿਰ ਉਹ ਕਹਿਣਗੇ ਮੈਨੂੰ ਤਾਂ ਰਾਤ ਨੂੰ ਨੀਂਦ ਹੀ ਨਹੀਂ ਆਈ, ਤੇ ਮੈਂ ਉਹਨਾਂ ਨੂੰ ਕਹਿੰਦਾ ਮਾਤਾ ਜੀ ਇਹ ਨੀਂਦ ਕਿਵੇਂ ਆਏਗੀ ਜੇ ਤੁਸੀਂ ਡੱਬਾ ਤੁਹਾਡਾ ਜੇ ਇਡੀਅਟ ਬਾਕਸ ਚੱਲੀ ਜਾਊਗਾ ਰਾਤ ਨੂੰ, ਮਾੜੇ ਸੀਰੀਅਲ ਦੇਖਦੇ ਰਹੋਗੇ ਤਾਂ ਤੁਹਾਨੂੰ ਨੀਂਦ ਕਿਵੇਂ ਆ ਸਕਦੀ ਹੈ? ਕਿਉਂਕਿ ਤੁਹਾਡਾ ਫ੍ਰੀਕੁਐਂਸੀ ਲੈਵਲ ਤੇ 200 ਚਲਾ ਗਿਆ ਔਰ ਤੁਹਾਡਾ એનર્ਜੀ ਲੈਵਲ 0 ਹੋ ਗਿਆ। ਤੁਹਾਡੇ ਸ਼ਕਤੀ ਤਾਂ ਤੁਹਾਡੇ ਅੰਦਰ ਰਹੀ ਨਹੀਂ, ਉਹ ਸਾਰੀ ਡਰੇਨ ਹੋ ਗਈ। ਉਹ ਭਾਵਨਾ ਜਿਹੜੀਆਂ ਨੈਗੇਟਿਵ ਆ ਕੇ ਤੁਹਾਡੀ એનર્ਜੀ ਸਾਰੀ ਡਰੇਨ ਹੋ ਗਈ, ਯਾਰ એનર્ਜੀ ਲੈਵਲ 0। ਤੇ ਉਹਦੇ ਵਿੱਚ ਤੁਹਾਨੂੰ ਕਰਨਾ ਕੀ ਚਾਹੀਦਾ? ਤੁਸੀਂ ਉਸ ਸੀਰੀਅਲ ਨੂੰ ਨਾ ਦੇਖ ਕੇ ਪਰਮਾਤਮਾ ਤੋਂ એનર્ਜੀ ਲੈ ਕੇ, ਚਲੋ ਦੇਖ ਵੀ ਲਿਆ, ਉਸ ਤੋਂ ਬਾਅਦ ਵੀ ਸੌਣ ਤੋਂ ਪਹਿਲਾਂ 15 ਮਿੰਟ ਜ਼ਰੂਰ ਮੈਡੀਟੇਸ਼ਨ ਕਰੋ, ਉਸ ਪਰਮਾਤਮਾ ਨੂੰ ਯਾਦ ਕਰੋ, ਉਸ ਦੇ ਨਾਲ ਕਨੈਕਸ਼ਨ ਜੋੜੋ, ਉਸ ਤੋਂ ਸ਼ਕਤੀ ਲਓ। ਉਹ ਜਿਹੜਾ ਜੋ ਤੁਸੀਂ ਉਹ ਇਡੀਅਟ ਬਾਕਸ ਚੋਂ ਸਮਾਨ ਲਿਆ ਉਹਨੂੰ ਸਾਰੇ ਨੂੰ ਥਰੋ ਕਰੋ, ਉਹਨੂੰ ਬਾਹਰ ਕੱਢੋ, ਤੇ ਫਿਰ ਤੁਹਾਨੂੰ ਅੱਛੀ ਨੀਂਦ ਆਏਗੀ। ਤੇ ਸਾਡਾ ਇਸੇ ਤਰ੍ਹਾਂ ਹੀ ਸਾਡਾ ਜਿਹੜਾ ਉਹ ਲੈਵਲ ਹੈ ਬੀਟਾ ਲੈਵਲ, ਉਹ ਬੀਟਾ ਲੈਵਲ ਜਿੰਨਾ ਜ਼ਿਆਦਾ ਪਲੱਸ ਬੀਟਾ ਸੁਪਰ ਬੀਟਾ ਹੋ ਗਿਆ, ਸਾਡਾ એનર્ਜੀ ਲੈਵਲ ਬਾਟਮ ਤੇ ਚਲਾ ਗਿਆ। ਹਾਂਜੀ, ਜਿੰਨਾ ਅਸੀਂ ਥੀਟਾ ਲੈਵਲ ਉੱਪਰ ਜਾਂਦੇ ਜਾਵਾਂਗੇ ਉਹਨਾਂ ਸਾਡਾ ਫ੍ਰੀਕੁਐਂਸੀ ਜਿਹੜੀ ਹੈ ਉਹ ਲੋ ਹੁੰਦੀ ਜਾਏਗੀ, એનર્ਜੀ ਲੈਵਲ ਹਾਈ ਹੁੰਦਾ ਜਾਏਗਾ। ਮਤਲਬ ਇਸ ਵਕਤ ਅਗਰ ਦੇਖਿਆ ਜਾਵੇ ਤਾਂ ਉਹ ਆਤਮਾ ਜੀ ਦੀ એનર્ਜੀ ਬਿਲਕੁਲ ਹੀ ਵੀਕ ਹੈ ਇਸ ਵਕਤ, ਔਰ ਉਸ એનર્ਜੀ ਨੂੰ ਅਸੀਂ ਕਿੱਦਾਂ ਹੋਰ ਮਤਲਬ ਐਕਟੀਵੇਟ ਕਰ ਸਕਦੇ ਹਾਂ? ਕਿਉਂਕਿ ਜਦੋਂ ਵੀਕ એનર્ਜੀ ਦੇ ਵਿੱਚ ਕੀ ਹੁੰਦਾ, ਜਿਹੜਾ ਵਹੀਕਲ ਹੈ ਜਿਹਦੇ ਬ੍ਰੇਕ ਫੇਲ ਹੋ ਗਏ ਉਹ ਕੀ ਕਰੇਗਾ? ਟੱਕਰਾਂ ਹੀ ਮਾਰਦਾ ਫਿਰੇਗਾ, ਕਦੇ ਇੱਧਰ ਲੜਾਈ ਕਦੇ ਉੱਧਰ ਲੜਾਈ, ਘਰ ਦੇ ਵਿੱਚ ਪਰੇਸ਼ਾਨੀ। ਹਾਂਜੀ, ਉਹ ਕੀ ਹੋਏਗਾ? ਕਿਸੇ ਨਾਲ ਬਣੇਗੀ ਨਹੀਂ। ਹਰ ਆਦਮੀ ਦੇ ਐਕਸ਼ਨ ਬੁਰੇ ਲੱਗਣਗੇ, ਹਰ ਇੱਕ ਦੀ ਗੱਲ ਮਾੜੀ ਲੱਗੇਗੀ, ਹਰ ਇੱਕ ਦਾ ਬਿਹੇਵੀਅਰ ਬੁਰਾ ਲੱਗੇਗਾ। ਸੋ ਉਹ ਕੀ ਹੈ, ਆਪਾਂ ਆਪਣੀ ਫ੍ਰੀਕੁਐਂਸੀ ਨੂੰ ਵਧਾਉਣਾ, એનર્ਜੀ ਨੂੰ ਵਧਾਉਣਾ, ਫ੍ਰੀਕੁਐਂਸੀ ਨੂੰ ਘਟਾਉਂਦੇ ਜਾਣਾ। ਸੋ ਉਹਨਾਂ ਨੂੰ ਇਹ ਕਰਨਾ ਕੀ ਚਾਹੀਦਾ? ਆਪਣੇ ਆਪ ਨੂੰ, ਇਹ ਵੀ ਆਤਮਾ, ਯੂ ਆਰ ਆਲਸੋ ਸੋਲ, ਮੈਂ ਵੀ ਆਤਮਾ, ਇਹ ਵੀ ਆਤਮਾ, ਸਭ ਆਤਮਾ ਉਸ ਪਰਮਾਤਮਾ ਦੇ ਬੱਚੇ ਹੈ। ਹਰ ਆਤਮਾ ਦਾ ਆਪਣਾ ਰੋਲ ਹੈ, ਹਰ ਆਤਮਾ ਆਪਣਾ ਰੋਲ ਪਲੇ ਕਰ ਰਹੀ ਹੈ। ਐਕਸੈਪਟ ਕਰੋ ਕਿ ਉਹ ਜੋ ਰੋਲ ਪਲੇ ਕਰ ਰਿਹਾ ਅੱਛਾ ਕਰ ਰਿਹਾ। ਹਾਂਜੀ, ਤੁਹਾਡੀਆਂ ਵਾਈਬ੍ਰੇਸ਼ਨਸ ਪੋਜ਼ਿਟਿਵ ਦਿੱਤੀਆਂ ਹੋਈਆਂ ਉਹਦੇ ਰੋਲ ਨੂੰ ਚੇਂਜ ਕਰ ਸਕਦੀਆਂ, ਤੁਹਾਡੇ ਸ਼ਬਦ ਉਹਨੂੰ ਕਦੇ ਚੇਂਜ ਨਹੀਂ ਕਰ ਸਕਦੇ। ਤੁਸੀਂ ਜਿੰਨਾ ਮਰਜੀ, ਇੱਕ ਇਨਸਾਨ ਬੁੜਾ ਹੋ ਜਾਂਦਾ ਸਾਰੀ ਉਮਰ ਆਪਣੀ ਪਤਨੀ ਨੂੰ ਚੇਂਜ ਕਰਨ 'ਚ, ਇੱਕ ਪਤਨੀ ਸਾਰੀ ਉਮਰ ਬੁੜੀ ਹੋ ਜਾਂਦੀ ਆਪਣੇ ਪਤੀ ਨੂੰ ਚੇਂਜ ਕਰਨ 'ਚ, ਦੋਨਾਂ 'ਚ ਕੋਈ ਚੇਂਜ ਨਹੀਂ ਹੁੰਦਾ। ਉਹ ਤਾਂ ਹੈ। ਉਸ ਉਮਰ ਤੱਕ ਵੀ ਮੈਂ 90 ਸਾਲ ਦੇ ਬਜ਼ੁਰਗ ਨੂੰ ਵੀ ਗੱਲ ਕਰਦਿਆਂ ਦੇਖਿਆ, ਉਹ ਜਿਹੜਾ ਮੈਨੂੰ ਰਿਸ਼ਤਾ ਆਇਆ ਸੀ ਨਾ ਉਹ ਜ਼ਿਆਦਾ ਸਹੀ ਸੀ, ਉਹ ਬਹੁਤ ਵਧੀਆ ਸੀ ਤੇਰੇ ਨਾਲੋਂ। ਤੇ ਅੱਜ ਫਿਰ 90 ਸਾਲ 'ਚ ਹੁਣ ਤੇਰੀਆਂ ਲੱਤਾਂ ਕਿੱਥੇ ਨੇ, ਗੱਲਾਂ ਕੀ ਕਰ ਰਹੇ? ਸੋ ਇਹ ਥੋੜਾ ਜਿਹਾ ਸਮਝਣ ਦੀ ਗੱਲ ਹੈ ਕਿ ਜੋ ਚੀਜ਼ ਸਾਨੂੰ ਆਤਮਿਕ ਸਥਿਤੀ ਦੇ ਨਾਲ, ਪਰਮਾਤਮਾ ਦੇ ਨਾਲ ਜੁੜਨ ਦੇ ਨਾਲ, ਇਸ ਮੈਡੀਟੇਸ਼ਨ ਦੇ ਨਾਲ ਜੋ ਸਾਨੂੰ ਤਾਕਤ ਮਿਲ ਸਕਦੀ ਹੈ, ਸਾਡੇ ਅੰਦਰ એનર્ਜੀ ਭਰ ਸਕਦੀ ਹੈ, ਉਹ ਬੋਡੀ ਕੌਨਸ਼ੀਅਸ ਦੇ ਨਾਲ ਸਾਡੇ ਕਦੇ ਵੀ ਨਹੀਂ। ਬੋਡੀ ਕੌਨਸ਼ੀਅਸ ਦੇ ਨਾਲ ਅਸੀਂ ਡਾਊਨ ਹੀ ਆਉਂਦੇ ਆ। ਤੇ ਦੁਨੀਆ ਦੇ ਵਿੱਚ ਜਿਹੜੀਆਂ ਦੋ ਸ਼ਕਤੀਆਂ ਨੇ, ਹਾਂਜੀ, ਇੱਕ ਤੇ ਸਾਡੇ ਤਨ ਨੂੰ ਠੀਕ ਕਰਦੀ ਹੈ, ਉਹ ਹੈ ਪਾਵਰ ਆਫ ਸਾਇੰਸ, ਤੇ ਇੱਕ ਹੈ ਪਾਵਰ ਆਫ ਸਾਇਲੈਂਸ, ਜਿਹੜੀ ਸਾਡੇ ਮਨ ਔਰ ਆਤਮਾ ਨੂੰ ਠੀਕ ਕਰਦੀ ਹੈ। ਸੋ ਅਸੀਂ ਅਗਰ ਇਹ ਬਿਲੀਫ ਸਾਡੇ ਅੰਦਰ, ਅਗਰ ਇਹ ਜਾਗਰਤੀ ਸਾਡੇ ਅੰਦਰ ਆਉਂਦੀ ਹੈ ਕਿ ਮੈਂ ਇੱਕ ਆਤਮਾ ਹੈ ਤੇ ਮੈਂ ਪਰਮਾਤਮਾ ਦੀ ਸੰਤਾਨ ਹਾਂ, ਤੇ ਉਹਦੇ ਨਾਲ, ਇਸ ਫੀਲਿੰਗ ਦੇ ਨਾਲ ਹੀ ਤੁਹਾਡੇ ਅੰਦਰ ਪੋਜ਼ਿਟਿਵ એનર્ਜੀ ਦਾ ਫਲੋ ਸਟਾਰਟ ਹੋ ਜਾਂਦਾ। ਇਹ ਜੋ એનર્ਜੀ ਦੀ ਆਪਾਂ ਗੱਲ ਕਰ ਰਹੇ ਹਾਂ ਹੁਣ, એનર્ਜੀ ਤਾਂ ਬਿਲਕੁਲ ਬਚੀ ਨਹੀਂ ਹੈ। ਇਸ એનર્ਜੀ ਨੂੰ ਹੋਰ ਅਸੀਂ ਐਕਟੀਵੇਟ ਕਰਨਾ ਹੈ ਤੇ ਕਿਹੜੀ ਚੀਜ਼ ਅਸੀਂ ਆਪਣੀ ਡੇਲੀ ਰੂਟੀਨ 'ਚ ਪ੍ਰੈਕਟਿਸ ਕਰੀਏ ਮੈਡੀਟੇਸ਼ਨ ਤੋਂ ਇਲਾਵਾ? ਕਿਉਂਕਿ ਮੈਡੀਟੇਸ਼ਨ ਹਰ ਵੇਲੇ ਨਹੀਂ ਕਰ ਸਕਦੇ ਹਾਂ, ਹਰ ਸਿਚੁਏਸ਼ਨ 'ਚ ਨਹੀਂ ਕਰ ਸਕਦੇ ਹਾਂ। ਇਸ ਤੋਂ ਇਲਾਵਾ ਕਿਹੜੀ ਚੀਜ਼ ਅਸੀਂ ਪ੍ਰੈਕਟਿਸ 'ਚ ਲਿਆਈਏ ਕਿ ਆਪਣੀ ਆਤਮਿਕ ਸਥਿਤੀ ਨੂੰ ਅਸੀਂ ਸਟਰੋਂਗ ਕਰ ਸਕੀਏ? ਹਰ ਕਰਮ ਕਰਦੇ ਹੋਏ, ਚਲਦੇ ਹੋਏ, ਇੱਕ ਤੇ ਵਾਹਿਗੁਰੂ, ਪਰਮੇਸ਼ਰ, ਪਰਮਾਤਮਾ, ਉਹਨੂੰ ਯਾਦ ਤਾਂ ਕਰ ਸਕਦੇ ਹਾਂ। ਹਾਂਜੀ, ਕਿ ਜਦੋਂ ਅਸੀਂ ਕਿਤੇ ਚੰਗੇ ਕੰਮ ਲਈ ਚੱਲੇ ਹਾਂ, ਵਾਹਿਗੁਰੂ ਆਓ ਫੜੋ ਮੇਰਾ ਹੱਥ, ਚੱਲੀਏ। ਕੁਛ ਲੱਗਦਾ? ਜਿਵੇਂ ਮੈਂ ਸੈਰ ਕਰਦਾ ਤੇ ਮੈਂ ਸੈਰ ਕਰਦੇ ਹੋਏ ਸੈਰ ਨੂੰ ਇੰਨਾ ਇੰਜੋਏ ਕਰਦਾ, ਮਜ਼ੇ ਲੈਣਾ। ਲੋਕੀ ਕਹੇਗੇ ਤੁਸੀਂ ਇਕੱਲੇ ਚੱਲਦੇ ਹੋ, ਮੈਂ ਇਕੱਲਾ ਨਹੀਂ ਸੀ, ਮੈਂ ਹੁਣ ਇਕੱਲਾ ਜ਼ਰੂਰ ਹੋ ਗਿਆ। ਪਹਿਲਾਂ ਮੈਂ ਪਰਮਾਤਮਾ ਦੇ ਨਾਲ, ਉਸ ਵਾਹਿਗੁਰੂ ਦਾ ਮੈਂ ਉਂਗਲੀ ਫੜੀ ਹੋਈ ਸੀ, ਉਹਨੇ ਮੇਰੀ ਫੜੀ ਹੋਈ ਸੀ। ਅਸੀਂ ਡਾਂਸ ਕਰਦੇ ਹੋਏ, ਜਿਵੇਂ ਛੋਟਾ ਬੱਚਾ ਇੱਕ ਬਾਪ ਦੇ ਨਾਲ, ਬਿਲਕੁਲ ਬਾਪ ਦੇ ਨਾਲ ਇੱਕ 3 ਸਾਲ ਦਾ 4 ਸਾਲ ਦਾ ਬੱਚਾ ਨੱਚਦਾ ਡਾਂਸ ਕਰਦਾ ਜਾ ਰਿਹਾ, ਤੇ ਉਸ ਤਰ੍ਹਾਂ ਉਸ ਸਿਚੁਏਸ਼ਨ ਦੇ ਵਿੱਚ ਆਪਾਂ ਸੈਰ ਕਰਦੇ ਹਾਂ।
ਤੇ ਉਹ ਸਿਚੁਏਸ਼ਨ ਅਸੀਂ ਹਮੇਸ਼ਾ ਰੱਖ ਸਕਦੇ ਹਾਂ ਕਿ ਉਹ ਹਰ ਵੇਲੇ ਮੇਰੇ ਨਾਲ ਹੈ, ਹਰ ਵੇਲੇ ਮੇਰੇ ਸਾਥ ਹੈ। ਤੇ ਜਦੋਂ ਉਹ ਤੁਹਾਡੇ ਨਾਲ ਹੈ ਤਾਂ ਤੁਹਾਡੇ ਨਾਲ ਮਾਇਆ ਨਹੀਂ ਆ ਸਕਦੀ, ਹੋਰ ਗਲਤ ਰਾਵਣ ਨਹੀਂ ਆ ਸਕਦਾ। ਜਦੋਂ ਪਰਮਾਤਮਾ ਤੁਹਾਡੇ ਨਾਲ ਹੈ ਤਾਂ ਜਦੋਂ ਤੁਸੀਂ ਉਹਦਾ ਹੱਥ ਛੱਡ ਦਿੱਤਾ ਤੇ ਫਿਰ ਕੀ ਹੋਏਗਾ? ਤੇ ਫਿਰ ਰਾਵਣ ਫੜ ਲਏਗਾ ਹੱਥ ਤੁਹਾਡਾ ਆ ਕੇ, ਫਟਾਫਟ ਦੇਖੇਗਾ ਹੱਥ ਖਾਲੀ ਹੈ, ਫੜ ਲਓ। ਜਿਵੇਂ ਦੇਖੋ ਇੱਕ ਬੱਚਾ, ਹੁਣ ਤੁਸੀਂ ਦੱਸੋ ਕੋਈ ਰਾਜਾ ਦਾ ਬੱਚਾ ਭੀਖ ਮੰਗ ਸਕਦਾ? ਨਹੀਂ ਮੰਗ ਸਕਦਾ ਨਾ। ਲੇਕਿਨ ਜੇ ਬੱਚਾ ਮੇਲੇ 'ਚ ਗਿਆ, ਗੁੰਮ ਗਿਆ, ਭਿਖਾਰੀ ਫੜ ਕੇ ਲੈ ਗਿਆ, ਰਾਜਾ ਨਾਲੋਂ ਵਿਛੜ ਗਿਆ, ਉਹ ਕੀ ਕਰੇਗਾ? ਭਿਖਾਰੀ ਕੀ ਕਰੇਗਾ? ਉਹਨੂੰ ਭੀਖ ਮੰਗਣਾ ਹੀ ਸਿਖਾਏਗਾ। ਉਹੀ ਸਿਖਾਏਗਾ ਜੋ ਕਰ ਰਿਹਾ, ਜਿਹੜਾ ਕਰਮ ਉਹ ਕਰ ਰਿਹਾ ਉਹੀ ਸਿਖਾਏਗਾ ਨਾ। ਉਹ ਭੀਖ ਮੰਗਣ ਲੱਗ ਗਿਆ, 2 ਸਾਲ ਬਾਅਦ ਉਹ ਬੱਚਾ ਵਾਪਸ ਮਿਲ ਗਿਆ, ਫਿਰ ਉਹਨੂੰ ਬਿਲੀਵ ਨਹੀਂ ਹੋਏਗਾ ਕਿ ਮੈਂ ਰਾਜਾ। ਉਹ ਭੀਖ ਮੰਗੇਗਾ, ਫਿਰ ਉਹ ਭੀਖ ਨਹੀਂ ਮੰਗੇਗਾ। ਸਾਡੇ ਉਹੀ ਹਾਲ ਹੈ, ਕਿਉਂਕਿ ਅਸੀਂ ਉਸ ਪਰਮਪਿਤਾ ਪਰਮਾਤਮਾ ਨੂੰ ਭੁੱਲ ਗਏ ਆ, ਉਸ ਤੋਂ ਵਿਛੜ ਗਏ ਸੀ। ਤੇ ਹੁਣ ਤਾਂ ਸਾਨੂੰ ਪਤਾ ਲੱਗ ਗਿਆ ਕਿ ਸਾਡਾ ਪਿਤਾ, ਉਹ ਪਰਮਪਿਤਾ ਪਰਮਾਤਮਾ ਆਇਆ ਹੋਇਆ। ਅਸੀਂ ਹੁਣ ਉਹਦਾ ਸਾਥ ਲੈ ਕੇ, ਉਹਨੂੰ ਯਾਦ ਕਰਕੇ ਕਰਮ ਕਮਾ ਸਕਦੇ ਹਾਂ, ਆਪਣਾ ਖਾਤਾ ਜਮਾ ਕਰ ਸਕਦੇ ਹਾਂ। ਤਾਂ ਜਿੰਨਾ ਉਹਦੇ ਨਾਲ ਜੁੜੇ ਰਵਾਂਗੇ, ਜਿੰਨਾ ਉਹਦੇ ਨਾਲ ਇੰਜੋਏ ਕਰਾਂਗੇ। ਖਾਣਾ ਬਣਾਉਣ ਲੱਗੇ ਮੈਨੂੰ ਕਹਾ ਆਓ ਮੇਰੇ ਨਾਲ ਕੰਮ ਕਰਾਓ, ਹਾਂਜੀ, ਉਹ ਤੁਹਾਡੇ ਨਾਲ ਹੈ। ਮਤਲਬ ਹਰ ਵੇਲੇ ਹਰ ਕਰਮ ਚ ਉਹਨੂੰ ਯਾਦ ਰੱਖੋ। ਆਓ ਸੈਰ ਕਰਨ ਚੱਲੀਏ, ਆਓ ਹੁਣ ਥੋੜਾ ਕਿਸੇ ਵੀ ਕੰਮ ਜਾ ਰਹੇ ਆ, ਆਓ ਡਿਊਟੀ ਤੇ ਚੱਲੀਏ, ਮੇਰੇ ਨਾਲ ਚੱਲੋ, ਗੱਡੀ 'ਚ ਬੈਠੋ। ਸਿਰਫ ਸਮ੍ਰਿਤੀ ਹੈ ਨਾ। ਇੰਸਟੈਂਟ ਤੁਹਾਡਾ ਦਿਮਾਗ ਕਿਸੇ ਹੋਰ ਪਾਸੇ ਨੂੰ ਭੱਜਦਾ ਫਿਰੇ, ਘੁੰਮਦਾ ਫਿਰੇ, ਤੇ ਉਹਨੂੰ ਨਾਲ ਰੱਖੋ। ਤੇ ਜਿਵੇਂ ਹੁਣ ਤੁਸੀਂ, ਮੈਂ ਇੱਥੇ ਆ ਕੇ ਬੈਠਿਆ, ਮੈਂ ਕਹਿੰਦਾ ਚਲੋ ਆਓ ਬੈਠੋ ਮੇਰੇ ਨਾਲ, ਬੋਲਣਾ ਤੁਸੀਂ ਹੈ, ਮੈਂ ਤਾਂ ਪਪਟ ਹੈ, ਤੁਸੀਂ ਖਿਲਾਓ ਮੈਨੂੰ ਜੋ ਖਿਲਾਣਾ, ਬੁਲਾਓ ਮੇਰੇ ਤੋਂ ਜੋ ਬੁਲਾਉਣਾ, ਕਰਵਾਓ ਜੋ ਕਰਵਾਉਣਾ। ਇੰਨਾ ਫੇਥ ਹੋਣਾ ਚਾਹੀਦਾ ਤੁਹਾਡੇ ਅੰਦਰ। ਚਲਦੇ ਫਿਰਦੇ, ਉੱਠਦੇ ਬੈਠਦੇ, ਸੌਂਦੇ, ਹਰ ਵੇਲੇ ਉਸ ਵਾਹਿਗੁਰੂ ਨੂੰ, ਉਸ ਪਰਮਾਤਮਾ ਨੂੰ, ਉਸ ਪ੍ਰਭੂ ਨੂੰ ਯਾਦ ਰੱਖਣਾ। ਤੇ ਉਸ ਦੇ ਉੱਠਦਿਆਂ ਹੀ ਗੁੱਡ ਮਾਰਨਿੰਗ ਕਰਨਾ, ਸੌਣ ਲੱਗਿਆਂ ਗੁੱਡ ਨਾਈਟ ਕਰਨਾ। ਜੇ ਆਪਣਾ ਸਾਰੇ ਦਿਨ ਦਾ ਹਿਸਾਬ ਕਿਤਾਬ ਉਹਨੂੰ ਦੇ ਦੋਗੇ ਕਿ ਅੱਜ ਸੱਚੇ ਪਾਤਸ਼ਾਹ ਆਹ ਮੇਰੇ ਕੋਲੋਂ ਗਲਤੀਆਂ ਹੋਈਆਂ ਤੇ ਕੱਲ ਤੋਂ ਨਹੀਂ ਹੋਣਗੀਆਂ, ਤੁਸੀਂ ਸੁਣਾ ਕੇ ਸੋਓਗੇ ਤੇ ਤੁਹਾਡਾ ਸਾਰਾ ਕੁਝ ਹਲਕਾ ਹੋ ਗਿਆ। ਰਾਤ ਨੂੰ ਕੋਈ ਸੁਪਨ ਨਹੀਂ ਆਉਣਗੇ, ਗਹਿਰੀ ਨੀਂਦ, ਫਸਟ ਕਲਾਸ ਨੀਂਦ ਆਏਗੀ, ਔਰ ਡ੍ਰੀਮ ਫਰੀ ਆਏਗੀ, ਔਰ ਰੋਗ ਫਰੀ ਆਏਗੀ। ਤੁਹਾਡਾ ਜਿਹੜਾ ਕੌਨਸ਼ੀਅਸ ਮਾਈਂਡ ਹੈ, ਸਬਕੌਨਸ਼ੀਅਸ ਮਾਈਂਡ ਹੈ, ਉਹਦੇ ਵਿੱਚ ਅੱਛੀਆਂ ਫਾਈਲਾਂ ਖੁੱਲਣਗੀਆਂ। ਅਗਰ ਕੋਈ ਸੁਪਨ ਆਏਗਾ ਵੀ ਤੇ ਤੁਸੀਂ ਇਸ ਤਰ੍ਹਾਂ ਫੀਲ ਕਰੋਗੇ ਕਿ ਮੈਂ ਪਰਮਾਤਮਾ ਦੀ ਸਭਾ ਦੇ ਵਿੱਚ ਬੈਠੀ ਹਾਂ, ਮੈਂ ਪਰਮਾਤਮਾ ਨਾਲ ਬੈਠੀ ਹਾਂ, ਔਰ ਮੈਂ ਪਰਮਾਤਮਾ ਤੋਂ ਮੇਰੇ ਸਿਰ ਤੇ ਹੱਥ ਫੇਰ ਕੇ ਲੋਰੀ ਦੇ ਰਿਹਾ ਔਰ ਮੈਨੂੰ ਸੁਲਾ ਰਿਹਾ। मतलब एक रूटीन ਨੂੰ ਚੇਂਜ ਕਰਨ ਦੀ ਲੋੜ ਹੈ, ਔਰ ਆਪਣੇ ਅੰਦਰ ਇੱਕ ਪ੍ਰੈਕਟਿਸ ਡੇਲੀ ਲੈ ਕੇ ਆਣੀ ਪਏਗੀ, ਔਰ ਅਵੇਅਰਨੈਸ ਲੈ ਕੇ ਆਣੀ ਪਏਗੀ, ਜਾਗਰੂਕਤਾ ਲੈ ਕੇ ਆਣੀ ਪਏਗੀ, ਅਲਰਟਨੈਸ ਲੈ ਕੇ ਆਣੀ ਪਏਗੀ ਕਿ ਮੈਂ ਇੱਕ ਆਤਮਾ ਹਾਂ, ਔਰ ਜੋ ਵੀ ਕਰਮ ਕਰ ਰਹੀ ਹਾਂ ਉਹਦੇ 'ਚ ਮੈਂ ਪਰਮਾਤਮਾ ਨੂੰ ਆਪਣੇ ਨਾਲ ਰੱਖਾਂ, ਤੇ ਹਰ ਕਰਮ ਜੋ ਹੈ ਉਹ ਫਿਰ ਪਰਮਾਤਮਾ ਦੇ ਥਰੂ ਅੱਛਾ ਹੀ ਹੋਏਗਾ, ਬੈਟਰ ਹੋਏਗਾ। ਹਾਂਜੀ, ਅੱਜ ਦੀ ਪੂਰੀ ਗੱਲਬਾਤ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ। ਓਮ ਸ਼ਾਂਤੀ। ਓਮ ਸ਼ਾਂਤੀ। ਜਿੱਦਾਂ ਕਿ ਅੱਜ ਅਸੀਂ ਗੱਲ ਕੀਤੀ ਆਤਮਾ ਸਰੂਪ ਦੀ, ਆਪਣੇ ਆਪ ਨੂੰ ਆਤਮਿਕ ਸਥਿਤੀ 'ਚ ਕਿੱਦਾਂ ਅਸੀਂ ਲੈ ਕੇ ਆਉਣਾ ਹੈ। ਸਭ ਤੋਂ ਪਹਿਲਾਂ ਤਾਂ ਰਾਜ ਯੋਗ ਨੂੰ ਅਪਣਾਈਏ, ਔਰ ਸਵੇਰੇ ਉੱਠ ਕੇ ਕਮ ਸੇ ਕਮ ਅੱਧਾ ਘੰਟਾ ਜਾਂ 1 ਘੰਟਾ ਆਪਣੇ ਆਪ ਨੂੰ, ਆਪਣੇ ਅੰਦਰ ਪੋਜ਼ਿਟਿਵ ਵਾਈਬ੍ਰੇਸ਼ਨਸ ਦਈਏ, ਔਰ ਆਪਣੀ ਵਿਚਾਰਧਾਰਾ ਨੂੰ ਬਦਲੀਏ। ਔਰ ਡੇਲੀ ਜੋ ਵੀ ਅਸੀਂ ਰੂਟੀਨ ਕਰ ਰਹੇ ਹਾਂ ਉਹਦੇ ਅੰਦਰ ਇੱਕ ਅਵੇਅਰਨੈਸ ਔਰ ਇੱਕ ਅਲਰਟਨੈਸ ਰੱਖੀਏ ਕਿ ਪਰਮਾਤਮਾ ਮੇਰੇ ਨਾਲ ਹੈ। ਜਦੋਂ ਹਰ ਵੇਲੇ ਅਸੀਂ ਪਰਮਾਤਮਾ ਨੂੰ ਨਾਲ ਰੱਖਾਂਗੇ, ਹਰ ਸਿਚੁਏਸ਼ਨ ਜੋ ਹੈ ਉਹ ਆਪਣੇ ਆਪ ਸਹੀ ਹੁੰਦੀ ਜਾਏਗੀ, ਔਰ ਸਾਨੂੰ ਪਰਮਾਤਮਾ ਦੀ ਸ਼ਕਤੀ ਮਿਲਦੀ ਰਹੇਗੀ। ਫਿਰ ਮਿਲਦੇ ਹਾਂ ਅਗਲੇ ਐਪੀਸੋਡ 'ਚ, ਤਬ ਤੱਕ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਓਮ ਸ਼ਾਂਤੀ। ਆਪਣੇ ਸੁਝਾਅ ਦੇਣ ਤੇ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਗੋਲਡੀਵੁੱਡ ਸਟੂਡੀਓ ਸ਼ਾਂਤੀਵਨ, ਮੋਬਾਈਲ ਨੰਬਰ 8094913487, ਈਮੇਲ punjabi.gws@gmail.com। ਸੱਚੇ ਦਿਲ ਤੇ ਸਾਹਿਬ ਰਾਜੀ ਹੁੰਦੇ ਨੇ, ਨਈਆ ਜਗ ਦੀ ਉਹੀ ਪਾਰ ਲਗਾਉਂਦੇ ਨੇ।